ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਭਾਰਤ ਦੇ ਵਿੱਚ ਘਟਨਾਵਾਂ ਹੋ ਰਹੀਆਂ ਨੇ ਹਿੰਸਾ ਦੀਆਂ। ਮਨੀਪੁਰ ਦੇ ਵਿੱਚ, ਹਰਿਆਣਾ ਦੇ ਵਿੱਚ ਲੋਕਾਂ ਦੀਆਂ ਜਾਨਾਂ ਵੀ ਜਾ ਰਹੀਆਂ ਨੇ। ਲੋਕ ਤਣਾਅ ਦੇ ਵਿੱਚ ਵੀ ਨੇ ਕਿ ਇਹ ਸਭ ਕੀ ਹੋ ਰਿਹਾ ਹੈ। ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਭਾਰਤ ਦੇ ਵਿੱਚ ਕਿਉਂਕਿ ਇਸਤਰੀਆਂ ਦਾ ਅਪਮਾਨ ਵੀ ਹੋਇਆ। ਇਸ ਗੱਲ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਚਰਚਾ ਹੈ। ਸੋ ਅਸੀਂ ਵੀ ਚਰਚਾ ਕਰਾਂਗੇ ਇਹਨਾਂ ਮੁੱਦਿਆਂ ਦੇ ਉੱਤੇ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪ੍ਰੋਫੈਸਰ ਆਸ਼ਿਮਾ ਸਾਹਨੀ, ਡਿਪਾਰਟਮੈਂਟ ਆਫ ਪੋਲੀਟੀਕਲ ਸਾਇੰਸ। ਐਕਸਪਰਟੀਜ਼ ਨੇ ਇਹਨਾਂ ਦੀਆਂ ਇੰਟਰਨੈਸ਼ਨਲ ਰਿਲੇਸ਼ਨਸ, ਇੰਡੀਅਨ ਪੋਲਿਟੀ, ਹਿਊਮਨ ਰਾਈਟਸ, KMV ਕਾਲਜ ਜਲੰਧਰ ਤੋਂ। ਵੈਲਕਮ ਟੂ ਕਰੰਟ ਨਿਊਜ਼ ਐਂਡ ਵਿਊਜ਼ ਮੈਡਮ। ਸਤਿ ਸ਼੍ਰੀ ਅਕਾਲ, ਥੈਂਕ ਯੂ ਮੈਨੂੰ ਆਪਣੇ ਸ਼ੋਅ 'ਤੇ ਬੁਲਾਉਣ ਲਈ। ਸੋ ਸਟਾਰਟ ਕਰਾਂਗਾ ਮੈਂ ਲੇਡੀਜ਼ ਦੇ ਨਾਲ ਜੋ ਬਦਤਮੀਜ਼ੀ ਹੋਈ ਹੈ ਮਨੀਪੁਰ ਦੇ ਵਿੱਚ। ਪੂਰੀ ਦੁਨੀਆ ਦੇ ਵਿੱਚ ਇੰਡੀਆ ਦੇ ਨਾਂ ਦੇ ਉੱਤੇ ਬਹੁਤ ਵੱਡੀ ਚੋਟ ਲੱਗੀ ਕਿ ਇੰਡੀਆ ਜੋ ਔਰਤ ਦੀ ਪੂਜਾ ਕਰਦਾ ਹੈ, ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਇਆ, ਸਾਡੇ ਧਾਰਮਿਕ ਗੁਰੂਆਂ ਨੇ ਸਾਨੂੰ ਸਿਖਾਇਆ, ਔਰ ਅਸੀਂ ਕਿਸ ਤਰ੍ਹਾਂ ਦੀਆਂ ਕਰਤੂਤਾਂ ਕਰਦੇ ਹਾਂ। ਕਰਤੂਤਾਂ ਸ਼ਬਦ ਮੈਂ ਬਿਲਕੁਲ ਸੋਚ ਸਮਝ ਕੇ ਇਸਤੇਮਾਲ ਕਰ ਰਿਹਾ। ਸੋ ਬੀਇੰਗ ਅ ਲੇਡੀ, ਤੁਸੀਂ ਕੀ ਮਹਿਸੂਸ ਕੀਤਾ ਜਦੋਂ ਇਹ ਘਟਨਾ ਤੁਹਾਡੇ ਸਾਹਮਣੇ ਆਈ? ਮੈਨੂੰ ਬਹੁਤ ਜ਼ਿਆਦਾ ਬੁਰਾ ਲੱਗਾ ਔਰ ਮੈਨੂੰ ਲੱਗਾ ਅਸੀਂ ਉੱਥੇ ਦੇ ਉੱਥੇ ਹੀ ਖੜੇ ਹਾਂ। ਇੰਨੇ ਸਾਲ ਬੀਤ ਗਏ, ਇੰਨੇ ਯੁੱਗ ਬੀਤ ਗਏ। ਅਸੀਂ ਚਾਹੇ ਅਸੀਂ ਐਂਸ਼ੀਅੰਟ ਈਰਾ ਦੇਖ ਲਈਏ, ਅਸੀਂ ਮਿਡੀਵੀਅਲ ਈਰਾ ਦੇਖ ਲਈਏ, ਮਾਡਰਨ ਦੇਖ ਲਈਏ, 21st ਸੈਂਚੁਰੀ ਦੇਖ ਲਈਏ, ਅਸੀਂ ਉੱਥੇ ਦੇ ਉੱਥੇ ਹੀ ਹਾਂ। ਕੀ ਵਕਤ ਅੱਗੇ ਵਧਿਆ ਹੀ ਨਹੀਂ, ਸਿਰਫ ਤਰੀਕਾਂ ਹੀ ਅੱਗੇ ਵਧਦੀਆਂ ਗਈਆਂ? ਮੇਰੇ ਮਨ 'ਚ ਇਹ ਸਵਾਲ ਆਇਆ। ਉਸ ਤੋਂ ਵੀ ਜ਼ਿਆਦਾ ਦੁੱਖ ਦੀ ਗੱਲ ਮੇਰੇ ਲਈ ਇਹ ਸੀ ਕਿ ਜਦੋਂ ਮੈਂ ਆਪਣੇ ਸਟੂਡੈਂਟਸ ਦੇ ਨਾਲ ਇੰਟਰੈਕਟ ਕੀਤਾ, ਕਲਾਸ 'ਚ ਪੜ੍ਹਾਉਣ ਗਈ, ਉਹਨਾਂ ਨੇ ਮੈਨੂੰ ਕਿਹਾ, ਮੈਡਮ ਅੱਜ ਅਸੀਂ ਪੜ੍ਹਨਾ ਨਹੀਂ ਹੈ, ਤੁਸੀਂ ਸਾਨੂੰ ਇਹਦਾ ਜਵਾਬ ਦਿਓ। ਤੁਸੀਂ ਸਾਨੂੰ ਇੰਨੇ ਲੰਬੇ ਚੌੜੇ ਹਿਊਮਨ ਰਾਈਟਸ ਪੜ੍ਹਾਉਂਦੇ ਹੋ, ਆਹ ਹਿਊਮਨ ਰਾਈਟ ਹੈ, ਇੱਦਾਂ ਹੈ, ਇੱਥੇ ਜਾਓ, ਉਹ ਕਰੋ, ਅਤੇ ਮੈਡਮ ਫਿਰ ਇਹ ਕਿੱਦਾਂ ਹੋ ਰਿਹਾ? ਕੀ ਇਹ ਸਭ ਝੂਠ ਹੈ? ਅਤੇ ਮੈਂ ਉਹਨਾਂ ਨੂੰ ਜਵਾਬ ਦੇਣ ਦੇ ਕਾਬਿਲ ਨਹੀਂ ਸੀ। ਮੈਂ ਥੋੜ੍ਹੀ ਦੇਰ ਲਈ ਚੁੱਪ ਹੋ ਗਈ। ਫਿਰ ਕਿੱਦਾਂ ਵੀ ਉਹਨਾਂ ਨੂੰ ਮੈਂ ਸਾਰਾ ਦੱਸਿਆ, ਸਾਰਾ ਸਮਝਾਇਆ। ਮਤਲਬ ਹੁਣ ਨੌਬਤ ਇਹ ਆ ਗਈ ਹੈ ਕਿ ਜਿਹੜੇ ਸਟੂਡੈਂਟਸ ਹੈ, ਜਿਨ੍ਹਾਂ ਨੂੰ ਅਸੀਂ ਪੜ੍ਹਾ ਰਹੇ ਹਾਂ, ਤਿਆਰ ਕਰ ਰਹੇ ਹਾਂ, ਜਾਂ ਜਿਨ੍ਹਾਂ ਨੂੰ ਅਸੀਂ ਹਿਊਮਨ ਰਾਈਟਸ ਇੱਕ ਪ੍ਰੋਪਰ ਸਬਜੈਕਟ ਚੱਲ ਰਿਹਾ, ਕੋਰ ਸਟੱਡੀ ਹੈ ਇੱਕ, ਮਤਲਬ ਪੋਲੀਟੀਕਲ ਸਾਇੰਸ ਦਾ ਇੱਕ ਕੋਰ ਸਬਜੈਕਟ ਹੈ, ਮਤਲਬ ਅਸੀਂ ਝੂਠ ਪੜ੍ਹਾ ਰਹੇ ਹਾਂ। ਮੈਂ ਤਾਂ ਤੁਹਾਨੂੰ ਕ੍ਰਾਸ ਕੁਐਸਚਨ ਕਰਦੀ ਹਾਂ ਕਿ ਮੈਨੂੰ ਸਟੂਡੈਂਟਸ ਨੂੰ ਦੇਣ ਲਈ ਜਵਾਬ ਨਹੀਂ ਸੀਗਾ, ਅਤੇ ਮਨ ਬਹੁਤ ਹੀ ਦੁਖੀ ਹੋਇਆ ਕਿ ਹਰ ਵੇਲੇ ਔਰਤਾਂ ਹੀ ਕਿਉਂ ਨਿਸ਼ਾਨਾ ਬਣਨ? ਕਿਉਂ ਬਈ? ਵਾਈ? ਤੁਸੀਂ ਕਿਹਾ ਕਿ ਮੇਰੇ ਕੋਲ ਜਵਾਬ ਨਹੀਂ ਸੀ। ਜਦੋਂ ਪ੍ਰਾਈਮ ਮਿਨਿਸਟਰ ਮੋਦੀ ਅਮਰੀਕਾ ਜਾਂਦੇ ਨੇ, ਵਾਲ ਸਟਰੀਟ ਜਰਨਲ ਦੀ ਇੱਕ ਪੱਤਰਕਾਰ ਸੈਬਰੀਨਾ ਸਦੇਕੀ ਉਹਨਾਂ ਨੂੰ ਪੁੱਛਦੇ ਨੇ ਕਿ ਭਾਰਤ ਦੇ ਵਿੱਚ ਜੋ ਮਾਈਨੋਰਿਟੀਜ਼ ਦੇ ਹੱਕ ਨੇ, ਜੋ ਇਹ ਸਾਰਾ ਮਾਹੌਲ ਬਣਿਆ ਹੋਇਆ ਹੈ, ਤੁਸੀਂ ਉਸ ਦੇ ਵਾਸਤੇ ਕੀ ਸਟੈਪ ਲੈ ਰਹੇ ਹੋ? ਤਾਂ ਐਕਸਪਰਟਸ ਕਹਿੰਦੇ ਨੇ ਕਿ ਪ੍ਰਾਈਮ ਮਿਨਿਸਟਰ ਮੋਦੀ ਕੋਲ ਵੀ ਇਹਦਾ ਕੋਈ ਜਵਾਬ ਨਹੀਂ ਸੀ। ਐਮ ਆਈ ਰਾਈਟ? ਐਬਸਲੂਟਲੀ ਸਰ। ਹਾਲਾਂਕਿ ਉਹ ਇੱਕ ਬਹੁਤ ਹੀ ਅੱਛੇ ਪ੍ਰਵਕਤਾ ਨੇ, ਉਹਨਾਂ ਨੂੰ ਸਾਰੇ ਜਵਾਬ ਦੇਣੇ ਆਉਂਦੇ, ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ, ਬਟ ਹੀ ਕੁਡ ਨਾਟ ਜਸਟੀਫਾਈ। ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਕਹਿ ਚੁੱਕੀ ਹਾਂ ਕਿ ਅਸੀਂ ਉੱਥੇ ਹੀ ਖੜ੍ਹੇ ਹਾਂ। ਚਾਹੇ 1947 ਨਿਕਲ ਗਿਆ, ਇੰਡੀਪੈਂਡੈਂਸ ਆ ਗਿਆ, ਮੁਗਲਸ ਚਲੇ ਗਏ, ਅੰਗਰੇਜ਼ ਚਲੇ ਗਏ, ਬਟ ਵੂਮਨ ਇਜ਼ ਸਟੈਂਡਿੰਗ ਦੇਅਰ ਵੇਅਰ ਸ਼ੀ ਵਾਜ਼। ਕੋਈ ਚੇਂਜ ਮੈਨੂੰ ਤਾਂ ਨਹੀਂ ਲੱਗਦਾ ਕੋਈ ਆਇਆ। 4 ਮਈ ਦੀ ਘਟਨਾ ਹੈ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਜੁਲਾਈ ਦੇ ਮਹੀਨੇ ਦੇ ਵਿੱਚ। 2 ਮਹੀਨੇ ਬੀਤ ਗਏ, ਉੱਥੇ ਇੰਟਰਨੈਟ ਦੀਆਂ ਸੇਵਾਵਾਂ ਵੀ ਬੰਦ ਨੇ। ਐਡਮਿਨਿਸਟ੍ਰੇਸ਼ਨ ਨੂੰ ਨਹੀਂ ਪਤਾ, FIR 0 ਕਿਤੇ ਹੋਰ ਦਾਇਰ ਕੀਤੀ ਜਾਂਦੀ ਹੈ। ਜਿਸ ਘਟਨੇ ਦੀ ਇਲਾਕਾ ਹੈ, ਉਸ ਘਟਨਾ ਦੇ ਇਲਾਕੇ ਵਿੱਚ ਉਸ FIR ਨੂੰ ਪਹੁੰਚਣ 'ਚ ਕਾਫੀ ਸਮਾਂ ਲੱਗਦਾ ਹੈ। ਐਡਮਿਨਿਸਟ੍ਰੇਸ਼ਨ ਨੂੰ ਨਹੀਂ ਪਤਾ ਕਿ ਜੁਲਾਈ ਦੇ ਵਿੱਚ ਇਹ ਵੀਡੀਓ ਜੋ ਵਾਇਰਲ ਹੋ ਰਹੀ ਹੈ ਉਹ ਮਈ 4 ਦੀ ਘਟਨਾ ਹੈ। ਇਹ ਐਗਜ਼ੈਕਟਲੀ ਇਹ ਜਿਹੜਾ ਕੁਐਸਚਨ ਹੈ, ਇਹ ਮੀਡੀਆ ਵਾਲੇ ਤਾਂ ਪੁੱਛ ਹੀ ਰਹੇ ਹੈ। ਮੀਡੀਆ ਤੋਂ ਵੀ ਜ਼ਿਆਦਾ ਜਿਹੜੇ ਗਰਾਊਂਡ 'ਤੇ ਲੋਕ ਹੈ, ਜਿਹੜਾ ਇੱਕ ਆਮ ਜਿਹਦੀ ਅਗਰ ਐਵਰੇਜ ਮਾਈਂਡ ਸੈਟ ਵੀ ਹੈ, ਉਹ ਵੀ ਪੁੱਛ ਰਿਹਾ
ਜਿਹਨੂੰ ਕੋਈ ਖਬਰਾਂ ਨਾਲ ਲੈਣਾ ਦੇਣਾ ਨਹੀਂ ਹੈ, ਕਿ ਬਿਜ਼ੀ ਹੈ, ਕਿ 2 ਮਹੀਨੇ ਬਾਅਦ ਤੁਹਾਡੇ ਕੋਲ ਇਹ ਨਿਊਜ਼ ਆ ਰਹੀ ਹੈ ਤੇ ਹੁਣ ਤੁਸੀਂ ਚਲਾ ਰਹੇ ਹੋ, ਤੇ ਇਹਦਾ ਸਿੱਧਾ ਸਾਦਾ ਅਰਥ ਕੀ ਨਿਕਲਦਾ ਹੈ ਕਿ ਅਸੀਂ ਸਬਜ਼ੀ ਬਣਾ ਕੇ ਰੱਖ ਦਿੱਤੀ ਫ੍ਰਿਜ 'ਚ, 2 ਮਹੀਨੇ ਬਾਅਦ ਆਪਾਂ ਯੂਜ਼ ਕਰਾਂਗੇ। ਯੂਜ਼ ਕਿਉਂ ਕਰਨੀ ਹੈ, ਕਾਹਦੇ ਲਈ ਕਰਨੀ ਹੈ, ਕਿਸ ਲਈ ਕਰਨੀ ਹੈ? ਇਹਦਾ ਮਤਲਬ ਤਾਂ ਇਹੀ ਇੱਕ ਕੰਟੈਂਟ, ਅਸੀਂ ਕੰਟੈਂਟ ਬਣਾ ਕੇ ਰੱਖ ਲਿਆ ਨਾ, ਔਰ ਅਸੀਂ ਇੱਕ ਪਾਰਟਿਕੂਲਰ ਟਾਈਮ ਪੀਰੀਅਡ 'ਤੇ ਉਸ ਕੰਟੈਂਟ ਨੂੰ ਅਸੀਂ ਫਿਰ ਵਾਇਰਲ ਵੀ ਕਰ ਰਹੇ ਹਾਂ, ਔਰ ਇਹਦਾ ਮਤਲਬ ਸਾਰਾ ਕੁਝ ਸਾਡੇ ਹੱਥ 'ਚ ਹੈ। ਇਹਦਾ ਮਤਲਬ ਮੈਨੂਫੈਕਚਰਿੰਗ ਹੈ। ਜੇ ਮੈਨੂਫੈਕਚਰਿੰਗ ਹੈ ਫਿਰ ਕਿੰਨੇ ਹੀ 100 ਪ੍ਰਸ਼ਨ ਹੋਰ ਸ਼ੁਰੂ ਹੋ ਜਾਂਦੇ, ਕੌਣ ਹੂ ਇਜ਼ ਡੂਇੰਗ ਇਟ? ਸੀ 2 months ਇਜ਼ ਅ ਹੈਲ ਆਫ ਟਾਈਮ, Yes. ਔਰ ਇਸ ਤਰ੍ਹਾਂ ਦੀ ਘਟਨਾ ਹੋ ਰਹੀ ਹੈ। Yes. ਔਰ ਉਸ ਤੋਂ ਬਾਅਦ ਜੋ ਸੀਐਮ ਨੇ ਮਨੀਪੁਰ ਦੇ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਦਾਂ ਦੀਆਂ ਤੇ ਕਈ ਘਟਨਾਵਾਂ Yes. ਇੱਥੇ ਹੋਈਆਂ ਨੇ, ਇਹ ਔਨ ਰਿਕਾਰਡ ਹੈ। ਯੈਸ। ਫਿਰ ਉਹ ਸੀਐਮ ਕੀ ਕਰ ਰਹੇ ਨੇ, ਉਹਨਾਂ ਦੀ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਹੈ? ਦੇਖੋ ਫਿਰ ਹੁਣ ਇਹ ਤਾਂ ਲੋਕਾਂ ਨੂੰ ਨਜ਼ਰ ਆ ਹੀ ਰਿਹਾ ਨਾ, ਇਹਦਾ ਮਤਲਬ ਸੀਐਮ ਕੁਝ ਨਹੀਂ ਕਰ ਰਹੇ ਹੈ ਨਾ। ਔਰ ਬਾਕੀ ਜਿਹੜੇ ਲੋਕ ਹੈ, ਦੇਖੋ ਦੁੱਖ ਤੋਂ ਤਾਂ ਉਭਰਿਆ ਜਾ ਸਕਦਾ, ਫਿਰ ਵੀ ਚਲੋ ਇਨਸਾਨ ਹੈ, ਇਨਸਾਨ ਦਾ ਮਾਈਂਡ ਹੈ, ਉਹਨੇ ਕਿੰਨੇ ਰੋਜ਼ ਦੇ ਕੰਮ ਕਰਨੇ ਆ ਨਾ, ਪਰ ਤੁਸੀਂ ਧੋਖੇਧਾਰੀ ਤੋਂ ਤੁਸੀਂ ਉਹ ਨਹੀਂ ਤੁਸੀਂ ਭੁੱਲ ਸਕਦੇ। ਤੁਸੀਂ ਦੇਖੋ, ਇੱਕ ਲੇਡੀ ਜਿਸ ਦਾ ਹਸਬੈਂਡ ਕਾਰਗਿਲ ਵਾਰ ਦੇ ਵਿੱਚ ਲੜਿਆ ਹੈ ਔਰ ਸੈਨਿਕ ਹੈ ਭਾਰਤੀ ਸੈਨਾ ਦੇ ਵਿੱਚ, ਇੱਕ ਦੂਸਰੀ ਲੇਡੀ, ਦੋਨੋਂ ਮਿਡਲ ਏਜ ਦੇ ਕਰੀਬ ਨੇ, ਔਰ ਇੱਕ ਯੰਗ ਲੜਕੀ ਹੈ 21 ਸਾਲ ਦੀ, ਉਹਦੇ ਨਾਲ ਗੈਂਗ ਰੇਪ ਵੀ ਹੁੰਦਾ ਹੈ। ਸੋ ਆਫਟਰ 70+ ਡੇਜ਼ ਪ੍ਰਾਈਮ ਮਿਨਿਸਟਰ ਮੋਦੀ ਦੀ ਸਟੇਟਮੈਂਟ ਆਉਂਦੀ ਹੈ, ਔਰ ਉਹ ਵੀ ਬੜੀ ਮੁਸ਼ਕਿਲ, ਹਾਂ ਉਹ ਵੀ ਲੋਕਾਂ ਨੇ ਸ਼ੁਕਰ ਕੀਤਾ ਕਿ ਚਲੋ ਕੁਝ ਤਾਂ ਬੋਲੇ। ਔਰ ਤੁਸੀਂ ਦੇਖੋ, ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਵੀ ਆਰ ਮਦਰ ਡੈਮੋਕ੍ਰੇਸੀ, ਸਾਡੇ ਵੇਦ, ਸਾਡਾ ਵਿਸ਼ਵ ਗੁਰੂ, ਉਹ ਸਭ ਕਿੱਥੇ ਹੈ ਨਾ? ਅਸੀਂ ਵਿਸ਼ਵ ਗੁਰੂ ਬਣਨਾ ਹੈ, ਅਸੀਂ 3rd ਲਾਰਜੈਸਟ ਇਕੋਨਮੀ ਦੀ ਇੱਕ ਘੋਸ਼ਣਾ ਕੀਤੀ ਗਈ ਕਿ ਇੰਡੀਆ ਨੂੰ ਅਸੀਂ 3rd ਲਾਰਜੈਸਟ ਇਕੋਨਮੀ ਬਣ ਕੇ ਕੀ ਕਰਾਂਗੇ ਜੇ ਸਾਡੇ ਬੇਸਿਕ ਸਾਡੇ ਰਾਈਟਸ ਹੀ ਨਹੀਂ, ਜੇ ਤੁਸੀਂ ਸੁਰੱਖਿਅਤ ਹੀ ਨਹੀਂ। ਸੋ 70+ ਡੇਜ਼ ਦਾ ਇਹ ਬਹੁਤ ਗੈਪ ਹੈ, ਇਸ ਦੇ ਉੱਤੇ ਵੀ ਚਰਚਾ ਹੋਈ, ਔਰ ਉਹਨਾਂ ਨੇ ਵਿਜ਼ਿਟ ਨਹੀਂ ਕੀਤਾ ਹੈ ਮਨੀਪੁਰ ਨੂੰ। ਯੈਸ, ਠੀਕ ਹੈ, ਅਮਿਤ ਸ਼ਾਹ ਇੱਕ ਵਾਰੀ ਗਏ ਨੇ, ਸਾਡੇ ਹੋਮ ਮਿਨਿਸਟਰ, ਪਰ ਪ੍ਰਾਈਮ ਮਿਨਿਸਟਰ ਨਹੀਂ ਗਏ, ਔਰ ਲੋਕ ਇਹ ਐਕਸਪੈਕਟ ਕਰਦੇ ਰਹੇ ਕਿ ਉਹਨਾਂ ਨੂੰ ਜਾਣਾ ਚਾਹੀਦਾ ਸੀ। ਐਂਡ ਸੈਕੰਡ, ਸਾਡੇ ਜੋ ਪ੍ਰੈਜ਼ੀਡੈਂਟ ਨੇ, ਉਹ ਵੀ ਸ਼ੀ ਇਜ਼ ਅ ਲੇਡੀ, ਸ਼ੀ ਇਜ਼ ਅ ਲੇਡੀ ਐਂਡ ਸ਼ੀ ਇਜ਼ ਅ ਟ੍ਰਾਈਬਲ ਵੂਮਨ, ਐਂਡ ਉਹ ਉਹਨਾਂ ਨੂੰ ਬੀਇੰਗ ਅ ਵੂਮਨ, ਉਹ ਚਲੋ ਮੈਂ ਮੰਨਦੀ ਇੱਕ ਬਹੁਤ ਵੱਡਾ ਆਫਿਸ ਹੈ, ਠੀਕ ਹੈ, ਸ਼ਾਇਦ ਅਸੀਂ ਪੋਲੀਟੀਕਲ ਸਟੇਟਮੈਂਟ ਐਕਸਪੈਕਟ ਨਹੀਂ ਕਰਦੇ ਪ੍ਰੈਜ਼ੀਡੈਂਟ ਤੋਂ, ਬਟ ਦਿਸ ਇਜ਼ ਨਾਟ ਅ ਪੋਲੀਟੀਕਲ ਸਟੇਟਮੈਂਟ। ਇਹ ਤਾਂ ਇੱਕ ਹਿਊਮੈਨਿਟੇਰੀਅਨ ਗਰਾਊਂਡ 'ਤੇ ਵੀ ਇੱਕ ਸਟੇਟਮੈਂਟ ਦਿੱਤੀ ਜਾ ਸਕਦੀ ਸੀ। ਬੀਇੰਗ ਅ ਵੂਮਨ, she could have taken a stand and she should have come out with some sort of, ਚਲੋ ਜੋ ਵੀ ਇੱਕ ਦਿਲਾਸਾ ਹੀ ਦੇ ਦਿੰਦੇ, and she's keeping mum. I don't know ਇਹਦੀਆਂ ਕੀ ਮਜਬੂਰੀਆਂ ਨੇ, ਜਾਂ ਮਤਲਬ ਇੰਨਾ ਜ਼ਿਆਦਾ ਅਸੀਂ ਪੋਲੀਟੀਸਾਈਜ਼ਡ ਹੋ ਗਏ ਹਾਂ, ਇੰਨਾ ਜ਼ਿਆਦਾ ਅਸੀਂ ਕੈਲਕੂਲੇਟਿਵ ਹੋ ਗਏ ਹਾਂ ਕਿ ਇੰਨੀ ਕੈਲਕੂਲੇਸ਼ਨ ਨਾਲ ਡੈਮੋਕ੍ਰੇਸੀ ਸਾਹ ਲੈ ਲੇਗੀ। ਸੋ ਜਦੋਂ ਮੌਨਸੂਨ ਦਾ ਸੈਸ਼ਨ ਚੱਲਦਾ ਹੈ, ਉਦੋਂ ਮਨੀਪੁਰ ਦੀ ਚਰਚਾ ਦੇ ਉੱਤੇ ਲੈ ਕੇ ਕਈ ਵਾਰ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੂੰਗੀ, ਤੁਸੀਂ ਨਾ ਕਦੇ ਵੀ ਪੁਰਾਣੇ ਨਾ ਰੈਕਰਡ ਸਾਰੇ ਕੱਢ ਕੇ ਦੇਖਿਓ, ਜਦੋਂ ਪਾਰਲੀਮੈਂਟ ਦੇ ਸੈਸ਼ਨਸ ਹੁੰਦੇ ਆ ਨਾ, ਉਦੋਂ ਆ ਵਾਇਲੈਂਸ, ਆ ਜਿੱਦਾਂ ਹੁਣ ਨੂੰਹ 'ਚ ਹੋਇਆ, ਠੀਕ ਹੈ, ਹਰਿਆਣਾ 'ਚ, ਯੈਸ ਹਰਿਆਣਾ 'ਚ ਹੋਇਆ, ਮੇਵਾਤ ਦੀ ਵੀ ਇੱਕ ਪ੍ਰੋਬਲਮ ਆਈ ਹੈ ਨਾ, ਜਦੋਂ ਸੈਸ਼ਨ 'ਚ ਹੁੰਦੇ ਨਾ, ਉਦੋਂ ਇਹ ਚੀਜ਼ਾਂ ਇੱਕਦਮ ਪੌਪ ਅਪ ਹੋ ਜਾਂਦੀਆਂ, ਔਰ ਇਹ ਮਨੀਪੁਰ ਦਾ ਜਿਹੜਾ ਐਪੀਸੋਡ ਹੈ, ਇਹ ਤਾਂ ਚਲਾਇਆ ਹੀ ਇਸ ਦੌਰਾਨ ਗਿਆ, ਵਾਟ ਆਈ ਫੀਲ। ਤੇ ਕੁਛ ਨਾ ਕੁਛ ਤੇ ਫਿਰ ਕਨੈਕਸ਼ਨਸ ਜੇ ਨਹੀਂ ਵੀ ਹੈਗੇ ਹੈ ਨਾ, ਤੇ ਲੋਕਾਂ ਨੇ ਤੇ ਬਣਾ ਹੀ ਲੈਣੇ, ਔਰ ਕਿਉਂ ਨਾ ਬਣਾਉਣ, ਵਾਈ ਨਾਟ। ਦੇਖੋ, ਅਸੀਂ ਪਹਿਲਾਂ ਮਨੀਪੁਰ ਦੀ ਘਟਨਾ ਦੇ ਉੱਤੇ ਜੋ ਮੌਨਸੂਨ ਸੈਸ਼ਨ ਹੈ, ਹਾਂਜੀ, ਉਹਦੇ ਵਿੱਚ ਵੀ ਕੁਝ ਚਰਚਾ ਨਾ ਹੋਣਾ, ਪਹਿਲਾਂ ਇਹਦੇ ਉੱਤੇ ਗੱਲ ਕਰਦੇ ਹਾਂ, ਫਿਰ ਕਨੈਕਸ਼ਨ ਦੀ ਗੱਲ ਕਰਾਂਗੇ, ਜੋ ਹਰਿਆਣਾ ਦੇ ਇਨਸੀਡੈਂਟਸ ਹੋ ਰਹੇ ਨੇ, ਜੋ ਮਨੀਪੁਰ ਦੇ ਇਨਸੀਡੈਂਟਸ ਹੋ ਰਹੇ ਨੇ। ਪਹਿਲਾਂ ਆਪਾਂ ਗੱਲ ਕਰਦੇ ਹਾਂ ਮੌਨਸੂਨ ਸੈਸ਼ਨ ਦੀ। ਸੋ ਉਹਦੇ ਵਿੱਚ ਵੀ ਚਰਚਾ ਨਹੀਂ, ਔਰ ਬਾਰ-ਬਾਰ ਓਪੋਨੈਂਟਸ ਕਹਿ ਰਹੇ ਨੇ, ਵਿਰੋਧੀ ਧਿਰ ਕਹਿ ਰਿਹਾ ਹੈ ਪ੍ਰਾਈਮ ਮਿਨਿਸਟਰ ਇਹਦੇ ਉੱਤੇ ਚਰਚਾ ਕਰਨ, ਪ੍ਰਾਈਮ ਮਿਨਿਸਟਰ ਸਦਨ ਦੇ ਵਿੱਚ ਆ ਕੇ ਇਹਦੇ ਉੱਤੇ ਬਿਆਨ ਦੇਣ, ਅਗੇਨ ਉਹੀ ਵੈਕਿਊਮ। ਇਹ ਨਾ ਇੱਕ ਬਹੁਤ ਵੱਡੀ ਨਾ ਮੋਨੂਮੈਂਟਲ ਇੰਟੈਲੀਜੈਂਸ ਫੇਲੀਅਰ ਹੈ। ਦਿਸ ਇਜ਼ ਪੋਲਿਟਿਕਸ ਫॉर द ਸੇਕ ਆਫ ਪੋਲਿਟਿਕਸ। ਜੀ ਇਹ ਹੁਣ ਹੋਣਾ ਕੀ ਹੈ ਕਿ ਐਕਸੈਸ ਆਫ ਐਵਰੀਥਿੰਗ ਇਜ਼ ਬੈਡ।
ਸ਼ੋਰ ਹੁਣ ਅੱਜ ਉਹ ਵਾਲਾ ਟਾਈਮ ਆ ਗਿਆ ਹੈ ਜਦੋਂ ਇੱਕ ਸੈਕਿੰਡ 'ਚ ਸਾਰੀ ਦੁਨੀਆ 'ਚ ਨਿਊਜ਼ ਪਹੁੰਚ ਜਾਂਦੀ ਹੈ। ਤੁਸੀਂ ਇੰਨੀ ਮਿਹਨਤ ਲਗਾਈ ਜੀ, G20 ਹੋ ਰਿਹਾ ਹੈ, ਇੱਦਾਂ ਹੋ ਰਿਹਾ, ਔਰ ਅਸੀਂ ਰਫਾਲ ਲੈ ਰਹੇ ਹਾਂ, ਪਤਾ ਨਹੀਂ ਅਸੀਂ, ਤੁਸੀਂ ਰਫਾਲ ਤੇ ਲੈ ਲਏ, ਚਲੋ ਠੀਕ ਹੈ, ਬਾਹਰ ਦੇ ਦੁਸ਼ਮਣਾਂ ਨਹੀਂ ਲੈ ਲਏ, ਪਰ ਤੁਹਾਡੇ ਘਰ ਦੇ ਅੰਦਰ ਬੈਠੀ ਜਿਹੜੀ ਬੇਟੀ ਹੈ, ਵਾਟ ਅਬਾਊਟ ਹਰ? ਜਿਹੜੇ ਬਾਹਰ ਦੇ ਦੁਸ਼ਮਣ ਤੇ ਚਲੋ ਤੁਸੀਂ ਫੇਰ ਵੀ ਕਾਬੂ ਕਰ ਲੋਗੇ, ਰਫਾਲ ਨਾ ਕਰ ਲੋਗੇ, ਜਿਹੜੀ ਬੇਟੀ ਦੇ ਲਈ, ਉਹਦੇ ਲਈ ਕਿਹੜੇ ਰਫਾਲ ਹੈਗੇ ਇਹਨਾਂ ਕੋ? ਕੋਈ ਜਿਹੜੇ ਘਰ ਦੇ ਅੰਦਰ ਦੁਸ਼ਮਣ ਬੈਠੇ ਨੇ, ਬਿਲਕੁਲ, ਜਿਹੜਾ ਦੁਸ਼ਮਣ ਬੈਠੇ ਹੈ ਜਾਂ ਬਣਾਏ ਗਏ ਹੈ ਜਾਂ ਕ੍ਰੀਏਟ ਕੀਤੇ ਗਏ, ਜਨਰੇਟ ਕੀਤੇ ਗਏ, ਕੰਸਟਰਕਟ ਕੀਤੇ ਗਏ, ਵੀ ਡੋਂਟ ਨੋ। ਸੋ ਇਸ ਚੀਜ਼ ਨੂੰ ਮੈਂ ਲੈਣਾ ਕਿ ਕ੍ਰੀਏਟ ਕੀਤੇ ਗਏ ਨੇ, ਕੰਸਟਰਕਟ ਕੀਤੇ ਗਏ ਨੇ, ਕਿਉਂ ਇਸ ਨੂੰ ਮੈਂ ਲੈ ਰਿਹਾ? ਆਮ ਲੋਕ, ਆਮ ਇਨਸਾਨ ਬਾਹਰ ਗਲੀ ਦੇ ਵਿੱਚ ਝਗੜਾ ਵੀ ਹੋ ਜਾਵੇ ਨਾ, ਬਾਹਰ ਨਹੀਂ ਜਾਏਗਾ। ਕਿਤੇ ਪਤਾ ਲੱਗੇ ਕਿ ਸ਼ਹਿਰ ਦੇ ਵਿੱਚ ਕਿਤੇ ਕੋਈ ਗੜਬੜ ਹੈ, ਕਿਉਂਕਿ ਅਸੀਂ ਬਹੁਤ ਸੈਲਫਿਸ਼ ਵੀ ਹੋ ਗਏ ਹਾਂ, ਬਾਹਰ ਨਹੀਂ ਜਾਏਗਾ। ਨਹੀਂ ਜਾਏਗਾ। ਇਹ ਕੌਣ ਲੋਕ ਨੇ? ਇਹ ਕੌਣ ਲੋਕ ਨੇ ਜਿਹੜੇ ਅੱਗਾਂ ਵੀ ਲਾਉਂਦੇ ਨੇ, ਇੱਕ ਦੂਜੇ ਨੂੰ ਮਾਰਦੇ ਵੀ ਨੇ, ਔਰ ਮਿੰਟਾਂ 'ਚ ਇਕੱਠੇ ਹੋ ਜਾਂਦੇ। ਇਹਨਾਂ ਦੀ ਮਤਲਬ ਕੋਆਰਡੀਨੇਸ਼ਨ ਇੰਨੀ ਸਟਰੋਂਗ ਹੈ, ਇੰਨੀ ਕੋਆਰਡੀਨੇਸ਼ਨ ਵਧੀਆ ਤਾਂ ਐਡਮਿਨਿਸਟ੍ਰੇਸ਼ਨ ਦੀ ਨਹੀਂ ਹੈਗੀ, ਪੁਲਿਸ ਵਾਲਿਆਂ ਦੀ ਨਹੀਂ, ਇਹਨਾਂ ਦੀ ਬਹੁਤ ਵਧੀਆ ਕੋਆਰਡੀਨੇਸ਼ਨ ਹੈ, ਇਹਨਾਂ ਦਾ ਏਕਾ ਬਹੁਤ ਹੈ। ਇੰਨੇ ਅਸੀਂ, ਸਾਡੇ ਕਿੰਨੇ ਕਿੰਨੇ ਗੁਰੂ ਹੋਏ ਨੇ, ਕਿੰਨੇ ਵੇਦਾਸ ਹੈ, ਉਹ ਸਾਰੇ ਸਾਨੂੰ ਇੱਕ ਨਹੀਂ ਕਰ ਸਕੇ, ਅਸੀਂ ਇੱਕ ਨਹੀਂ ਹੋ ਪਾਏ, ਇਹ ਇੱਕ ਹੋ ਜਾਂਦੇ ਮਿੰਟਾਂ 'ਚ। ਕੀ ਲੱਗਦਾ ਹੈ ਕਿ ਇਹ ਕ੍ਰੀਏਟ ਕੀਤਾ ਗਿਆ ਹੈ, ਕੰਸਟਰਕਟ ਮੈਨੂੰ ਕੀਤਾ ਤਾਂ ਗਿਆ ਹੈ? ਇੰਡਸਟਰੀ ਲੱਗਦੀ ਹੈ। ਇੰਡਸਟਰੀ? ਮੈਨੂੰ ਤਾਂ ਇੰਡਸਟਰੀ ਲੱਗਦੀ ਹੈ। ਹਾਂ, ਮੇਰੇ ਕੋਲ ਇਸ ਟਾਈਮ ਕੋਈ ਸਬੂਤ ਨਹੀਂ ਹੈ ਜਿਹੜਾ ਮੈਂ ਇੱਦਾਂ ਦਿਖਾ ਦੇਵਾਂ ਜੀ ਆ ਇੱਦਾਂ, ਆਈ ਡੋਂਟ ਹੈਵ, ਬਟ ਜਿੱਥੇ ਤੱਕ ਮੇਰਾ ਮਾਈਂਡ ਕੰਮ ਕਰਦਾ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਦੇयर ਇਜ਼ ਐਵਰੀ ਪੋਸਿਬਿਲਿਟੀ। ਮਤਲਬ ਮੈਨੂੰ ਲੱਗਦਾ ਕਿ ਅਸੀਂ ਐਵੇਂ ਕਹਿ ਦਿੰਦੇ ਹਾਂ ਕਿ ਜੀ ਅਨਇੰਪਲੋਇਡ ਤਾਂ ਮੈਨੂੰ ਲੱਗਦਾ ਜਾਣ ਕੇ ਕੀਤੇ ਹੋ ਤਾਂ ਕਿ ਆਹ ਵਾਲੀ ਇੰਡਸਟਰੀ ਚੱਲ ਸਕੇ। ਇਹ ਵਾਲੀ ਇੰਡਸਟਰੀ ਦਾ ਜਿਹੜਾ ਰॉ ਮਟੀਰੀਅਲ ਹੈ, ਇਹ ਇੰਡਸਟਰੀ ਨੂੰ ਚਲਾਉਣ ਲਈ ਜਿਹੜਾ ਰॉ ਮਟੀਰੀਅਲ ਹੈ, ਉਹ ਦੈਟ ਇਜ਼, ਉਹ ਅਨਇੰਪਲੋਇਡ ਹੋਣਗਾ ਤਾਂ ਹੋਏਗਾ ਨਾ। ਹੁਣ ਤੁਸੀਂ ਦੇਖੋ, ਆਈ ਐਮ ਅ ਵਰਕਿੰਗ ਵੂਮਨ, ਈਵਨ ਮੈਨੂੰ ਮਤਲਬ ਕੁਝ ਪੈਸੇ ਜਿਹੜਾ ਮਰਜ਼ੀ ਲਾਲਚ ਦਿੱਤਾ ਜਾਏਗਾ, ਕਿੰਨੇ ਮਤਲਬ ਮਾਈ ਡਿਊਟੀ ਇਜ਼ ਮਾਈ ਪ੍ਰਾਇੋਰਿਟੀ, my family is my priority, my own safety is my priority, why would I go outside the street? और चलो मैं तो औरत होके नहीं जाऊंगी बाहर, अगर दंगे हो रहे हैं ਤੁਸੀਂ ਜਾਓਗੇ? ਵੈਸੇ ਮੈਂ ਸ਼ੋਰ ਨਹੀਂ ਜਾਵਾਂਗਾ। why would you waste your time? ਸੋ ਘਟਨਾਵਾਂ ਨੂੰ ਦੇਖਦੇ ਹੋਏ ਤੁਹਾਡਾ ਇਹ ਵਿਊ ਬਣਦਾ ਪਿਆ ਕਿ ਇਟ ਇਜ਼ ਅ ਇੰਡਸਟਰੀ ਜੋ ਆਪਰੇਟ ਕਰਦੀ ਹੈ। ਹਾਂ, ਔਰ ਇੰਡਸਟਰੀ ਨੂੰ ਰॉ ਮਟੀਰੀਅਲ ਇਜ਼ ਦਿਸ, ਜਿਹੜੇ ਅਸੀਂ ਸੋ ਕਾਲਡ, ਜਿਨ੍ਹਾਂ ਨੂੰ ਅਸੀਂ ਕਹਿੰਦੇ ਅਨਇੰਪਲੋਇਡ, ਮੇਰੇ ਹਿਸਾਬ ਨਾਲ ਉਹ ਅਨਇੰਪਲੋਇਡ ਨਹੀਂ ਹੈ, ਉਹ ਐਮਪਲੋਇਮੈਂਟ ਹੀ ਕਰ ਰਹੇ, ਉਹ ਦੇ ਆਰ ਐਮਪਲੋਇਡ ਹੇਅਰ, ਦੇ ਆਰ EMPLOYED ਹੇਅਰ ਇਨ ਦਿਸ ਇੰਡਸਟਰੀ। ਮੈਨੂੰ ਹਾਂ, ਜੋ ਇਹ ਵਾਇਲੈਂਸ ਹੁੰਦੀ ਹੈ, ਹਾਂ, ਹੋ ਸਕਦਾ ਮੈਂ ਗਲਤ ਹੋਵਾਂ, ਮੇਰਾ ਆਪਣਾ ਨਿੱਜੀ, ਮੇਰਾ ਪਰਸਨਲ ਵਿਊ ਪੁਆਇੰਟ ਹੈ, ਔਰ ਜੋ ਘਟਨਾਵਾਂ ਹੋ ਰਹੀਆਂ ਨੇ ਉਸ ਨੂੰ ਦੇਖਦੇ ਹੋਏ ਇੱਕ ਰੋਮ ਦੀ ਐਗਜ਼ਾਮਪਲ ਮੈਨੂੰ ਯਾਦ ਆਉਂਦੀ। ਪੁਰਾਣੇ ਟਾਈਮ 'ਚ ਰੋਮ ਦੇ ਵਿੱਚ ਵੀ ਐਥਨ ਗੇਮਸ ਔਰ ਉਹ ਸਾਰੀਆਂ ਖੇਡਾਂ ਇਸ ਕਰਕੇ ਕਰਵਾਈਆਂ ਜਾਂਦੀਆਂ ਸੀ ਕਿ ਲੋਕਾਂ ਦਾ ਧਿਆਨ ਖੇਡਾਂ 'ਚ ਰਵੇ, ਔਰ ਰਾਜਾ ਕੀ ਕਰਦਾ ਪਿਆ ਔਰ ਰਾਜਤੰਤਰ ਕੀ ਕਰਦਾ ਪਿਆ, ਇੱਧਰ ਉਹਨਾਂ ਦਾ ਧਿਆਨ ਨਾ ਜਾਵੇ। ਉਸ ਵੇਲੇ ਵੀ ਯੂਥ ਨੂੰ ਮੈਕਸਿਮਮ ਅਨਇੰਪਲੋਇਡ ਰੱਖਿਆ ਜਾਂਦਾ ਸੀ ਤਾਂ ਕਿ ਜਿੱਥੇ ਜਿੱਥੇ ਇੱਦਾਂ ਦੀਆਂ ਘਟਨਾਵਾਂ ਜੋ ਅੱਜ ਹੋ ਰਹੀਆਂ ਨੇ, ਉਸ ਟਾਈਮ ਵੀ ਜੋ ਇਹ ਘਟਨਾਵਾਂ ਕਰਵਾਈਆਂ ਜਾਂਦੀਆਂ ਸੀ, ਉਸ ਅਨਇੰਪਲੋਇਡ ਯੂਥ ਨੂੰ ਇਸਤੇਮਾਲ ਕੀਤਾ ਜਾ ਸਕੇ। ਇਹ ਰੋਮ ਦਾ ਵੀ ਮਾਡਲ ਅਸੀਂ ਦੇਖ ਸਕਦੇ ਹਾਂ ਕਿ ਉਹਦਾ ਵੀ ਇੱਕ ਅਕਸ ਇਹਦੇ ਵਿੱਚ ਦਿਖਾਈ ਦੇ ਰਿਹਾ ਹੈ ਨਾ, ਇੱਕ ਝਲਕ ਉਸ ਮਾਡਲ ਦੀ ਵੀ ਦਿਖਾਈ ਦੇ ਰਹੀ ਹੈ। ਸੋ ਤੁਹਾਨੂੰ ਕੀ ਲੱਗਦਾ ਕਿ ਮਨੀਪੁਰ ਦੀਆਂ ਘਟਨਾਵਾਂ ਦਾ ਔਰ ਜੋ ਹਰਿਆਣਾ ਦੇ ਵਿੱਚ ਨੂੰਹ ਦੀ ਹੁਣ ਵਾਇਲੈਂਸ ਹੋ ਰਹੀ ਹੈ, ਇੱਥੇ ਦੀਆਂ ਘਟਨਾਵਾਂ ਦਾ ਆਪਸ ਦੇ ਵਿੱਚ ਕੋਈ ਕਨੈਕਸ਼ਨ ਲੱਗਦਾ? ਤੁਸੀਂ ਸਰ, ਕਨੈਕਸ਼ਨ ਤੇ ਆਪ ਹੀ ਸਾਹਮਣੇ ਆ ਜਾਣਾ ਜਦੋਂ ਤੁਸੀਂ ਉਹਦਾ ਪੈਟਰਨ ਧਿਆਨ ਨਾਲ ਆਬਜ਼ਰਵ ਕਰੋਗੇ। ਮੈਂ ਤਾਂ ਚਲੋ ਇੱਕ ਐਕੈਡਮਿਸ਼ੀਅਨ ਹੈ ਨਾ, ਮੈਂ ਤਾਂ ਉਸ ਐਂਗਲ ਤੋਂ, ਮੈਂ ਤਾਂ ਸ਼ੱਕ ਦੀ ਨਿਗਾਹ ਨਾਲ ਦੇਖਣਾ ਹੀ ਦੇਖਣਾ ਹੈ। being a student of political science, I have to see the undercurrents. ਲੇਕਿਨ ਗੱਲ ਇਹ ਕਿ ਜਿਹੜਾ ਆਮ ਆਦਮੀ ਅੱਜ ਸੜਕ ਤੇ, ਜਿਹਨੂੰ ਇਹਦੀ ਕੋਈ, ਜਿਹੜਾ ਕਿ ਇੱਕ ਪੋਲੀਟੀਕਲ ਐਕਸਪਰਟ ਨਹੀਂ ਹੈ, ਉਹਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਏਗਾ ਜੀ, ਕਿਉਂਕਿ ਉਹ ਰੋਜ਼ ਦੇਖਦਾ ਹੈ ਫੀਲਡ 'ਚ, ਰੋਜ਼ ਗਰਾਊਂਡ ਰਿਐਲਿਟੀ ਦੇਖਦਾ ਹੈ। ਤੇ ਹੁਣ ਇਹ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ। ਹੁਣ ਟਾਈਮ ਆ ਗਿਆ ਹੈ ਜਦੋਂ ਸਾਨੂੰ ਡੈਮੋਕ੍ਰੇਸੀ ਨੂੰ ਨਾ ਸਹੀ ਮੈਨੇ 'ਚ ਡੈਮੋਕ੍ਰੇਸੀ ਬਣਾਉਣਾ ਪੈਣਾ, ਔਰ ਇਹ ਸਾਰੇ ਸੇਮ ਪੈਟਰਨ 'ਤੇ। ਮੈਨੂੰ ਤਾਂ ਲੱਗਦਾ ਸ਼ਾਇਦ ਰੱਬ ਨਾ ਕਰੇ ਫਿਰ ਇੱਕ ਕੋਈ ਇਲੈਕਸ਼ਨ ਦਾ ਆ ਜਾਂਦਾ ਜੀ, 24 'ਚ ਇਲੈਕਸ਼ਨ ਹੈ, ਅਤੇ ਫਿਰ ਇਹ ਸਭ ਚੀਜ਼ਾਂ ਮਤਲਬ ਹਾਈਕ 'ਤੇ ਜਾਣੀਆਂ ਹੈ ਨਾ। ਅੱਛਾ, ਤੁਸੀਂ ਦੇਖੋ ਫਰਾਂਸ 'ਚ ਵੀ ਇੱਦਾਂ ਹੀ ਹੁੰਦਾ, ਫਿਰ ਇੰਡੀਆ 'ਚ ਸੀਨ ਆ ਜਾਂਦਾ, ਹਰਿਆਣੇ 'ਚ ਪਹੁੰਚ ਜਾਂਦਾ। ਨਿੱਕੀ ਜਿਹੀ ਗੱਲ ਤੋਂ ਸਦੀਆਂ ਤੋਂ ਉੱਥੇ ਉਹ ਪ੍ਰੋਸੈਸ਼ਨ ਚੱਲਦਾ ਸੀਗਾ, ਜੋ ਵੀ ਰਿਲੀਜੀਅਸ ਸੀਗਾ। ਫਸਟ ਟਾਈਮ ਇਟ ਹੈਜ਼ ਹੈਪਨਡ।
ਮਤਲਬ ਕੋਈ ਇਹ ਨਹੀਂ ਕਿ ਬਹੁਤ ਵੱਡੀ ਗੱਲ ਦੱਸਣ ਵਾਲੀ ਹੋਵੇ ਜੀ ਇੱਦਾਂ ਹੋ ਗਿਆ ਤੇ ਇਸ ਕਰਕੇ ਇੱਦਾਂ ਹੋ ਗਿਆ। ਮਤਲਬ ਕਿ ਅਸੀਂ ਇੰਨੇ ਇੰਪੇਸ਼ੈਂਟ ਹੋ ਗਏ। ਔਰ ਮੈਂ ਸੁਸਾਇਟੀ, ਅਸੀਂ ਦੇਖੋ ਪੋਲੀਟੀਸ਼ੀਅਨ ਤਾਂ ਹਰ ਵੇਲੇ ਕਟਘਰੇ 'ਚ ਖੜਾ ਰਹਿੰਦਾ ਹੈ, ਲੇਕਿਨ ਸੁਸਾਇਟੀ ਨੂੰ ਵੀ ਖੜਾ ਕਰਨਾ ਪੈਣਾ ਹੈ ਕਿ ਸਾਡਾ ਕੀ ਰੋਲ ਹੈ ਵਿੱਚ। ਸ਼ੋਰ, ਇਹਦੇ 'ਚ ਇੱਕ ਚੀਜ਼ ਕਾਮਨ ਆਪਾਂ ਨੂੰ ਦੇਖਣ ਨੂੰ ਮਿਲੇਗੀ ਕਿ ਮਣੀਪੁਰ ਦੇ ਵਿੱਚ ਵੀ ਬੀਜੇਪੀ ਦੀ ਗਵਰਨਮੈਂਟ ਹੈ, ਯੈਸ, ਹਰਿਆਣਾ ਦੇ ਵਿੱਚ ਵੀ ਬੀਜੇਪੀ ਦੀ ਦੀ ਗਵਰਨਮੈਂਟ ਹੈ, ਸੈਂਟਰ ਦੇ ਵਿੱਚ ਵੀ ਬੀਜੇਪੀ ਦੀ ਗਵਰਨਮੈਂਟ ਹੈ। ਯੈਸ, ਔਰ ਪ੍ਰਾਈਮ ਮਿਨਿਸਟਰ ਹਮੇਸ਼ਾ ਕਹਿੰਦੇ ਨੇ ਡਬਲ ਇੰਜਨ। ਯੈਸ, ਹੁਣ ਇਹ ਡਬਲ ਇੰਜਨ ਮਣੀਪੁਰ ਵਿੱਚ ਵੀ ਫੇਲ ਹੋ ਗਿਆ ਹੈ, ਹਾਂ। ਡਬਲ ਇੰਜਨ ਹਰਿਆਣਾ ਵਿੱਚ ਵੀ ਫੇਲ ਹੋ ਗਿਆ ਹੈ। ਵਾਟਸ ਦਾ ਰੀਜ਼ਨ ਬਿਹਾਈਂਡ? ਕਾਰਨ ਕੀ ਨੇ? ਕਾਰਨ ਤਾਂ ਹੁਣ ਇਹਦੇ ਬਹੁਤ ਸਾਰੇ ਨੇ, ਲੇਕਿਨ ਜਿਹੜਾ ਸਾਨੂੰ ਮੋਟਾ ਨਜ਼ਰ ਆ ਰਿਹਾ ਹੈ ਉਹੀ ਹੈ ਪੋਲਿਟਿਕਸ ਓਵਰ ਪੋਲਿਟਿਕਸ। ਸ਼ਾਇਦ ਇੰਨੀ ਸਮਾਰਟ ਗੇਮ ਖੇਲ ਨਹੀਂ ਪਾਏ, ਐਕਸਪੋਜ਼ ਹੋ ਗਏ, ਹੈ ਨਾ? ਜਾਂ ਫਿਰ ਲੋਕ ਇੰਨੇ ਕਿ ਸਿਆਣੇ ਹੈ, ਲੋਕ ਇੰਨੇ ਕਿ ਸਿਆਣੇ ਕਿ ਉਹ ਦੇ ਆਰ ਨਾਟ ਏਬਲ ਟੂ ਐਸਕੇਪ। ਹੁਣ ਜਵਾਬ ਤਾਂ ਇਹਨਾਂ ਨੂੰ ਦੇਣਾ ਪਏਗਾ। ਸ਼ੋਰ। ਜੇ ਤੁਸੀਂ ਕੁਝ ਕਲੇਮ ਕਰ ਰਹੇ ਹੋ, ਜਿੱਦਾਂ ਤੁਸੀਂ ਡਬਲ ਇੰਜਨ ਕਿਹਾ, ਤੇ ਫਿਰ ਇਹਨਾਂ ਨੂੰ ਜਵਾਬ ਵੀ ਦੇਖੋ। ਪਾਵਰ ਕੱਲੀ ਲੈ ਕੇ ਤੁਸੀਂ ਨਹੀਂ ਬਹਿ ਸਕਦੇ, ਤੁਹਾਨੂੰ ਨਾਲ ਰਿਸਪੌਂਸਿਬਲ ਵੀ ਹੋਣਾ ਪੈਣਾ, ਤੁਹਾਨੂੰ ਹੀ ਜਵਾਬ ਦੇਣਾ ਪਏਗਾ। ਸ਼ੋਰ। ਹੁਣ ਅਸੀਂ ਰਾਹੁਲ ਗਾਂਧੀ ਕੋ ਜਵਾਬ ਨਹੀਂ ਮੰਗਾਂਗੇ, ਕੇਜਰੀਵਾਲ ਤੋਂ ਨਹੀਂ ਮੰਗਣਾ। ਇਹਨਾਂ ਦੇ ਰੂਲ ਦੇ ਦੌਰਾਨ ਹੋਇਆ, ਮੰਨ ਲਓ ਇਟ ਵਾਜ਼ ਅ ਕਨਸਪੀਰੇਸੀ, ਤੁਸੀਂ ਕਿਉਂ ਹੋਣ ਦਿੱਤੀ ਜੀ? ਤੁਹਾਡੀ ਇੰਟੈਲੀਜੈਂਸ ਕਿੱਥੇ ਸੀਗੀ? ਮੰਨ ਲਓ ਕਿਸੇ ਨੇ ਇੱਦਾਂ ਸ਼ਰਾਰਤ ਕਰ ਦਿੱਤੀ, ਮੇਰੇ ਖਿਆਲ ਇੰਨੀ ਜ਼ਿਆਦਾ ਪਾਵਰ ਹੈ ਤੁਹਾਡੇ ਕੋਲ ਇੰਨੀ ਜ਼ਿਆਦਾ ਸਟਰੈਂਥ ਹੈ ਲੋਕ ਸਭਾ 'ਚ, ਹੈ ਨਾ ਜੀ। ਕਿੱਦਾਂ ਹੋਣ ਦਿੱਤਾ ਤੁਸੀਂ? ਫਿਰ ਵੀ ਤੁਹਾਡਾ ਹੀ ਕਸੂਰ ਹੈ। ਜੇ ਕਿਸੇ ਨੇ ਸ਼ਰਾਰਤ ਵੀ ਕੀਤੀ ਹੈ, ਕਿੱਦਾਂ ਸ਼ਰਾਰਤ ਕਰ ਗਿਆ ਕੋਈ, ਕਿਉਂ ਕਰ ਗਿਆ? ਔਰ ਫਿਰ ਜੋ ਔਰਤਾਂ ਨਾਲ ਹੋਇਆ ਅੱਜ ਦੇ ਸਮੇਂ 'ਚ, ਇਹ ਐਕਸੈਪਟੇਬਲ ਨਹੀਂ ਹੈ। ਵਾਟ ਵਾਸ ਡਨ ਟੂ ਅ ਵੂਮਨ, ਮਤਲਬ ਤੁਹਾਡੀ ਆਤਮਾ ਜਿਹੜੀ ਹੈ ਉਹ ਹਿਲ ਜਾਂਦੀ ਕਿ ਇਹ ਕੀ ਹੋ ਰਿਹਾ। ਅੱਜ ਵੀ ਇੱਦਾਂ ਹੀ ਹੈ, ਹੁਣ ਵੀ ਇੱਦਾਂ ਹੀ ਹੈ, ਹਜੇ ਵੀ ਇੱਦਾਂ ਹੀ ਚੱਲੇਗਾ। ਇੱਕ ਚੀਜ਼ ਕਾਮਨ ਆਪਾਂ ਹੋਰ ਦੇਖਾਂਗੇ ਕਿ ਧਰਮ, ਜਾਤੀ, ਭਾਸ਼ਾ, ਇਲਾਕਾ, ਇਹ ਇਸ ਤਰ੍ਹਾਂ ਦੀਆਂ ਬੇਸਿਸ ਰਹੀਆਂ ਨੇ ਭਾਰਤ ਦੀ ਰਾਜਨੀਤੀ ਦੀਆਂ 1947 ਤੋਂ ਹੀ। ਔਰ ਇਸੇ ਤਰ੍ਹਾਂ ਹੀ ਇਹ ਵੋਟ ਬੈਂਕ ਤਿਆਰ ਹੁੰਦਾ ਹੈ। ਐਕਸਪਰਟਸ ਇਹੀ ਮੰਨਦੇ ਨੇ ਕਿ ਜੋ ਕੈਲਕੂਲੇਸ਼ਨਸ ਕੀਤੀਆਂ ਜਾਂਦੀਆਂ ਨੇ ਡਿਊਰਿੰਗ ਇਲੈਕਸ਼ਨਸ, ਉਹ ਇਸੇ ਆਧਾਰ 'ਤੇ ਕੀਤੀਆਂ ਜਾਂਦੀਆਂ ਨੇ। ਧਰਮ ਕਿੱਥੇ ਸਾਨੂੰ ਬੈਨੀਫਿਟ ਦੇਏਗਾ, ਜਾਤੀ ਕਿੱਥੇ ਬੈਨੀਫਿਟ ਦੇਏਗੀ, ਭਾਸ਼ਾ ਕਿੱਥੇ ਬੈਨੀਫਿਟ ਦੇਏਗੀ ਅਤੇ ਇਲਾਕਾ ਕਿੱਥੇ ਬੈਨੀਫਿਟ ਦੇਏਗਾ, ਔਰ ਇਹਦੇ ਨਾਲ ਜੁੜਦੇ ਹੋਰ ਮਸਲੇ ਜੋ ਮੇਨ ਮੁੱਦੇ ਨੇ ਉਹਨਾਂ ਉੱਤੇ ਗੱਲ ਨਹੀਂ ਹੋਏਗੀ। ਇਹਨਾਂ ਮੁੱਦਿਆਂ ਦੇ ਉੱਤੇ ਵੋਟ ਬੈਂਕ ਤਿਆਰ ਕੀਤਾ ਜਾਏਗਾ। ਸੋ ਅਸੀਂ ਮਣੀਪੁਰ ਤੇ ਹਰਿਆਣਾ ਦੀ ਵਾਇਲੈਂਸ ਦੇ ਵਿੱਚ ਇੱਕ ਚੀਜ਼ ਕਾਮਨ ਦੇਖਦੇ ਹਾਂ ਕਿ ਉੱਥੇ ਵੀ ਮਣੀਪੁਰ ਦੇ ਵਿੱਚ ਪਹਿਲਾਂ ਰੈਜ਼ਰਵੇਸ਼ਨ ਤੋਂ ਗੱਲ ਸ਼ੁਰੂ ਹੁੰਦੀ ਹੈ। ਉੱਥੇ ਵੀ ਇਸ ਜਾਤ ਨੂੰ ਰੈਜ਼ਰਵੇਸ਼ਨ ਹੈ, ਇਸ ਜਾਤ ਨੂੰ ਰੈਜ਼ਰਵੇਸ਼ਨ ਨਹੀਂ ਹੈ, ਉਹ ਗੱਲ ਕਿੱਥੇ ਦੀ ਕਿੱਥੇ ਆ ਗਈ। ਇੱਕ ਜਾਤ ਉਹਦਾ ਬੇਸ ਬਣੀ ਹੈ। ਜਦੋਂ ਆਪਾਂ ਹਰਿਆਣਾ ਦੀ ਘਟਨਾ ਦੇਖਦੇ ਹਾਂ ਨੂਹ ਦੇ ਵਿੱਚ, ਉੱਥੇ ਧਰਮ ਬੇਸ ਬਣਿਆ ਹੈ। ਠੀਕ ਹੈ। ਹੁਣ ਇਹ ਰਾਜਨੀਤੀ ਤੇ ਉਹੀ ਪੁਰਾਣਾ ਮਾਡਲ ਹੈ ਸਿੰਸ 1947। ਇੱਥੇ ਧਰਮ, ਉੱਥੇ ਜਾਤ, ਦੋਵੇਂ ਬੇਸਿਸ ਸੇਮ ਹੈ। ਸੋ ਤੁਸੀਂ ਇਹ ਸਮਝਦੇ ਹੋ ਕਿ ਉਹੀ ਰਾਜਨੀਤੀ ਡਿਵਾਈਡ ਐਂਡ ਕੌਨਕਰ ਚੱਲ ਰਹੀ ਹੈ ਸੇਮ? ਦੇਖੋ ਉਹਦਾ ਫਲੇਵਰ ਕਿਉਂਕਿ ਮੈਂ ਇਸ ਵਨ ਥਿੰਗ ਮੋਰ, ਮੈਂ ਇਸ ਕੰਡੀਸ਼ਨ 'ਚ ਪੁੱਛਦਾ ਪਿਆ ਕਿ 2024 ਦੀਆਂ ਇਲੈਕਸ਼ਨਸ ਦੀ ਤੁਸੀਂ ਜ਼ਿਕਰ ਕੀਤਾ ਹੈ ਕਿ ਇਹ ਉਸ ਨਾਲ ਕੋਈ ਕਨੈਕਸ਼ਨ ਬਣਦਾ? ਟਾਈਮ ਵਿਲ ਟੈਲ। ਪਰ ਜਿਹੜਾ ਤੁਸੀਂ ਮੈਨੂੰ ਪਹਿਲੇ ਕੁਐਸਚਨ ਕੀਤਾ, ਮੈਂ ਇੱਕ I just got an opportunity to be with some politician, one of my relative, ਔਰ ਮੈਂ ਕਿਹਾ ਅੰਕਲ ਤੁਸੀਂ ਮੈਨੂੰ ਦੱਸੋ ਕਿ ਇਹੀ ਜਿਹੜੀਆਂ ਸਾਡੇ ਰਾਜਨੀਤੀ ਦੀਆਂ ਥੋੜ੍ਹੀਆਂ ਬੁਰੀਆਂ ਗੱਲਾਂ ਨੇ, ਮੈਂ ਉਹੀ ਡਿਸਕਸ ਕਰ ਰਹੀ ਸੀ। ਮੈਂ ਕਿਹਾ ਯੂ ਜਸਟ ਐਕਸਪਲੇਨ ਮੀ, ਤੁਸੀਂ ਫਿਰ ਵੀ ਜਿੱਤ ਜਾਂਦੇ ਹੋ, ਵੋਟਾਂ ਲੈ ਲੈਂਦੇ ਹੋ, ਕੀ ਫਾਰਮੂਲਾ ਕੀ ਹੈ, ਹਾਊ ਯੂ ਆਰ ਏਬਲ ਟੂ ਮੈਨੇਜ ਇਟ? ਤਾਂ ਉਹਨਾਂ ਨੇ ਕਿਹਾ ਅਸੀਂ ਨਾ ਦੋ ਹੀ ਕੰਮ ਕਰੀਦੇ ਆ। ਜਿਹੜੇ ਪਹਿਲੇ 4.5 ਸਾਲ ਹੁੰਦੇ ਆ, ਉਹ ਸਾਨੂੰ ਨਾ ਜਿੱਦਾਂ ਕਿਸੇ ਦੇ ਕੋਈ ਪੰਗਾ ਪੈ ਗਿਆ, ਕਿਸੇ ਕੋਈ ਪ੍ਰੋਬਲਮ ਹੋ ਗਈ, ਤੇ ਉਹ ਥਾਣੇ 'ਚ ਜਿੱਦਾਂ ਜੀ ਆ ਜਾਓ ਜੀ, ਥਾਣੇ ਵਾਲੇ ਨੇ ਸਾਨੂੰ ਫੜ ਲਿਆ, ਆ ਕੇ ਬਚਾ ਲਓ ਜੀ। ਕਹਿੰਦੇ ਸਾਡਾ ਇੱਕ ਗਰੁੱਪ ਰੈਡੀ ਹੁੰਦਾ, ਅਸੀਂ ਗਰੁੱਪ ਭੇਜ ਦਈਦਾ, ਉਹ ਥਾਣੇ ਅੱਗੇ ਬਹਿ ਜਾਈਦਾ, ਮਤਲਬ ਅਸੀਂ ਇੱਦਾਂ ਜ਼ਿਆਦਾ ਵਰਕ ਕਰੀਦਾ। ਅਤੇ ਜਿਹੜਾ 6 ਮਹੀਨੇ ਹੁੰਦੇ ਉਹ ਅਸੀਂ ਵੰਡਣ ਵਡਾਉਣ 'ਚ, ਚਾਹੇ ਉਹ ਸ਼ਰਾਬ ਦੀਆਂ ਬੋਤਲਾਂ ਹੋਣ, ਚਾਹੇ ਇੱਦਾਂ ਹੋਏ, ਜੋ ਵੀ ਹੋਏ, ਇਹ ਪੈਸਾ ਵੀ। ਯੈਸ।
ਉਹ ਕਹਿੰਦੇ ਅਸੀਂ ਡਿਵੈਲਪਮੈਂਟ ਦਾ ਤੇ ਕੰਮ ਬਹੁਤ ਮਤਲਬ ਉਹ ਤਾਂ ਬਹੁਤ ਇੱਕ ਬੈਕ ਬਰਨਰ ਹੈ। ਐਡਵਾਂਸਮੈਂਟ, ਡਿਵੈਲਪਮੈਂਟ, ਗਿਵਿੰਗ ਗੁੱਡ ਲਾਈਫ ਟੂ ਪੀਪਲ, ਸਸਟੇਨੇਬਿਲਿਟੀ। ਹਾਂ, ਪਹਿਲੇ ਤਾਂ ਲੋਕਾਂ ਦੀਆਂ ਜਿੱਦਾਂ ਡਿਮਾਂਡਸ ਆ ਉੱਦਾਂ ਦੀ ਸਪਲਾਈ ਹੋਣੀ ਹੈ। ਲੋਕੀ ਜਿਹੜੀ ਡਿਮਾਂਡ ਕਰਦੇ ਆ ਉਹਨਾਂ ਨੂੰ ਇਹ ਡਿਮਾਂਡ ਥੋੜੀ ਹੁੰਦੀ ਕਿ ਤੁਸੀਂ ਸਾਨੂੰ ਇੱਕ ਕਾਰਖਾਨਾ ਖੋਲ ਕੇ ਦੇ ਦਿਓ। ਉਹਨਾਂ ਦੀ ਇਹ ਡਿਮਾਂਡ ਹੈ ਹੀ ਨਹੀਂ। ਉਹਨਾਂ ਦਾ ਡਿਮਾਂਡ ਇਹ ਹੈ ਆ ਮੇਰਾ ਚਲਾਨ ਕੱਟਿਆ ਗਿਆ ਜੀ, ਆ ਜ਼ਰਾ ਮੈਨੂੰ ਬਚਾ ਦਿਓ, ਜਾਂ ਫਿਰ ਇਦਾਂ ਦੀਆਂ। ਉਹ ਕਹਿੰਦੇ ਕਿ ਠੀਕ ਹੈ ਪੋਲੀਟੀਸ਼ੀਅਨ ਵੀ ਰਿਸਪੌਂਸਿਬਲ ਹੈ, ਪਰ ਜਿੱਦਾਂ ਦੀ ਡਿਮਾਂਡ ਸੋਸਾਇਟੀ 'ਚ ਉੱਠੇਗੀ ਉੱਦਾਂ ਦੀ ਹੀ ਸਪਲਾਈ ਪੋਲੀਟੀਸ਼ੀਅਨ ਨੂੰ ਦੇਣੀ ਪੈਣੀ ਹੈ। ਹੁਣ ਤੁਸੀਂ ਮੈਨੂੰ ਦੇਖੋ ਨਾ, ਹੁਣ ਅਸੀਂ ਅਗਰ ਚਲੋ ਹੁਣ ਮੈਂ ਥੋੜੇ ਮੁੱਦੇ ਤੋਂ ਭਟਕਣਾ ਨਹੀਂ ਚਾਹੁੰਦੀ, ਲੈਟ ਮੀ ਕਮ ਬੈਕ ਟੂ ਮਨੀਪੁਰ ਦਾ ਹੀ। ਅਸੀਂ ਮਨੀਪੁਰ ਤੇ ਹੀ ਆਉਂਦੇ ਹਾਂ। ਹੁਣ ਰਿਜ਼ਰਵੇਸ਼ਨ ਵਾਜ਼ ਦੀ ਕਾਜ਼ ਹੈ ਨਾ, ਇੱਕ ਪਾਰਟ ਨੂੰ ਅਸੀਂ ਇੱਕ ਕਮਿਊਨਿਟੀ ਨੂੰ ਦੇ ਰਹੇ, ਇੱਕ ਨੂੰ ਨਹੀਂ ਦੇ ਰਹੇ, ਜਾਂ ਉਹਦੇ ਜੋ ਵੀ ਇਸ਼ੂਜ਼ ਹੈ, ਜਾਂ ਹਾਈ ਕੋਰਟ 'ਚ ਮਸਲਾ ਗਿਆ, ਸੁਪਰੀਮ ਕੋਰਟ 'ਚ ਗਿਆ, ਜੋ ਵੀ ਹੋਇਆ ਵਾਟ ਐਵਰ, ਰਿਜ਼ਰਵੇਸ਼ਨ ਹਜੇ ਵੀ ਸਾਨੂੰ ਚਾਹੀਦੀ ਹੈ ਈਵਨ ਆਫਟਰ 75 ਈਅਰ। ਚਾਹੇ ਮੈਂ ਦੋਨਾਂ ਜਾਤੀਆਂ ਨੂੰ ਕਹਿੰਦੀ ਹਾਂ, ਜਿਹੜੇ ਉੱਥੇ ਜਿਹੜੀਆਂ ਵੀ ਕਮਿਊਨਿਟੀ, ਚਾਹੇ ਮਾਈਨੋਰਿਟੀ ਵਾਲੇ ਚਾਹੇ ਮੈਜੋਰਿਟੀ ਵਾਲੇ, ਕਿ ਇਹ ਹੁਣ ਬੈਕਵਰਡ ਚੀਜ਼ਾਂ ਨਹੀਂ ਹੋ ਗਈਆਂ। ਕਿ ਅਸੀਂ ਇਹ ਨਹੀਂ ਕਹਿ ਸਕਦੇ ਓਕੇ ਰਿਜ਼ਰਵੇਸ਼ਨ ਦੇ ਅਸੀਂ ਇੱਕ ਨਵੇਂ ਮਾਪਦੰਡ ਬਣਾਈਏ। ਸ਼ੁੱਡ ਇਟ ਨਾਟ ਬੀ ਇਕਨੋਮਿਕ ਬੇਸਡ, ਕਿ ਅਸੀਂ ਉਹੀ ਧਰਮ ਦੇ ਨਾਲ ਹੀ ਅਸੀਂ ਜੋੜ ਕੇ ਰਿਜ਼ਰਵੇਸ਼ਨ ਲੈਣੀ ਹੈ, ਜਾਂ ਬੈਕਵਰਡਨੈਸ ਨਾਲ ਜੋੜ ਕੇ ਲੈਣੀ ਹੈ। ਤੇ ਜਦੋਂ ਤੁਸੀਂ ਮੈਨੂੰ ਮੁੱਦਾ ਅਸੀਂ ਡਿਸਕਸ ਕਰਦੇ ਉਹਦੇ 'ਚ ਹੋਰ ਕਈ ਮੁੱਦੇ ਪੌਪ ਅਪ ਹੋ ਜਾਂਦੇ ਆ। ਦੇਖੋ ਸਰਕਾਰ ਨੇ ਤਾਂ ਆਪਣੀ ਗੇਮ ਖੇਲੀ ਜਾਣੀ ਹੈ। ਉਹਨਾਂ ਦੇ ਬਸ ਇੱਕੋ ਹੀ ਪੁੱਤਰ ਹੈ ਵੋਟ। ਤੁਸੀਂ ਮੈਨੂੰ ਜੋ ਦੱਸਿਆ ਕਿ ਤੁਹਾਡੇ ਅੰਕਲ ਨੇ ਕਿਹਾ ਕਿ ਪਹਿਲੇ 4-4.5 ਸਾਲ ਅਸੀਂ ਡਿਮਾਂਡ ਐਂਡ ਸਪਲਾਈ ਦੀ ਗੇਮ ਖੇਡਦੇ ਹਾਂ, ਫਿਰ 1 ਸਾਲ ਜਾਂ 6 ਮਹੀਨੇ ਅਸੀਂ ਲੋਕਾਂ ਦੀਆਂ ਜੇਬਾਂ ਭਰਦੇ ਹਾਂ ਪੈਸੇ ਦੇ ਨਾਲ, ਤੇ ਉਹਨਾਂ ਨੂੰ ਔਰ ਲੋਕੀ ਖੁਸ਼ੀ ਲੈਂਦੇ ਵਿਸਕੀ ਵੀ ਦਿੰਦੇ ਹਾਂ। ਅੱਛਾ, ਫਿਰ ਇਹ ਨਹੀਂ ਕਿ ਗਰੀਬ ਟਪਕਾ ਲੈਂਦਾ, ਐਵਰੀਬਡੀ ਇਜ਼ ਟੇਕਿੰਗ, ਚਾਹੇ ਮਿਡਲ, ਜਿਹਨੂੰ ਵੀ ਫਾਇਦਾ ਮਿਲਦਾ ਹੈ, ਜਿਹਨੂੰ ਵੀ ਫਾਇਦਾ ਮਿਲਦਾ, ਨੋਬਡੀ ਇਜ਼ ਡਿਨਾਈਂਗ। ਇਹਦਾ ਰਿਜ਼ਲਟ ਇਹ ਹੋ ਰਿਹਾ। ਮੈਂ ਇੱਕ ਹੋਰ ਗੱਲ ਦੱਸੂਗੀ, ਪੰਜਾਬ ਦੀ ਗੱਲ ਆਪਾਂ ਜੇ ਕਰੀਏ ਤੇ ਕਈ ਮੈਂ ਦੇਖਿਆ ਬਹੁਤ ਹੀ ਐਫਲੂਐਂਟ ਫੈਮਿਲੀਜ਼ ਹੈ, ਉਹਨਾਂ ਨੇ ਵੀ ਬਿਜਲੀ ਕੱਟ ਵਾਲੀ ਕਿ ਇੰਨੇ ਯੂਨਿਟ ਹੋਣਗੇ ਤਾਂ ਸਾਡਾ ਫ੍ਰੀ 'ਚ ਹੋ ਜਾਏਗਾ। ਓਕੇ, ਤੁਸੀਂ ਗਰੀਬਾਂ ਦੀ ਤਾਂ ਗੱਲ ਹੀ ਛੱਡ ਦਿਓ, ਅਮੀਰਾਂ ਦੀ ਵੀ ਗੱਲ ਆਉਂਦੀ ਹੈ ਵਿੱਚ। ਸੋ ਇੱਕ ਚੀਜ਼ ਇਹਦੇ 'ਚ ਆਉਂਦੀ ਹੈ ਕਿ ਰਿਜ਼ਲਟ ਇਹ ਹੋ ਰਿਹਾ ਮਨੀਪੁਰ ਦੇ ਵਿੱਚ ਇੱਕ ਕਮਿਊਨਿਟੀ ਦੂਸਰੀ ਕਮਿਊਨਿਟੀ ਨਾਲ ਰਹਿਣ ਨੂੰ ਤਿਆਰ ਨਹੀਂ, ਉਹ ਸੈਪਰੇਟ ਸਟੇਟ ਮੰਗ ਰਹੇ ਨੇ, ਸੈਪਰੇਟ ਸਟੇਟ ਮੰਗ ਰਹੇ। ਔਰ ਅਸੀਂ ਇੰਨੀ ਬਿਲੋ ਦੀ ਬੈਲਟ ਖੇਡਦੇ ਪਏ ਹਾਂ ਰਾਜਨੀਤੀ ਕਿ ਅਸੀਂ ਭਾਰਤ ਦੇ ਟੁਕੜੇ ਕਰਨ ਤੇ ਵੀ ਆ ਚੁੱਕੇ ਹਾਂ, ਉਸ ਪੁਆਇੰਟ ਤੇ ਵੀ ਅਸੀਂ ਆ ਚੁੱਕੇ ਹਾਂ। ਟੁਕੜੇ ਹੋਰ ਕੀ ਰਹਿ ਗਿਆ ਹੁਣ ਮੈਨੂੰ ਦੱਸੋ? ਟੁਕੜੇ ਹੋ ਹੀ ਗਏ। ਮਤਲਬ ਜਦੋਂ ਤੁਹਾਡੇ ਮਨ 'ਚ ਟੁਕੜਾ ਆ ਜਾਵੇ ਤੇ ਉਹ ਰਿਐਲਿਟੀ 'ਚ ਬਣਨ ਨੂੰ ਕੋਈ ਟਾਈਮ ਨਹੀਂ ਲੱਗਦਾ। ਸੋ ਤੁਸੀਂ 2024 ਦੀਆਂ ਇਲੈਕਸ਼ਨਸ ਬਾਰੇ ਵੀ ਗੱਲ ਕੀਤੀ ਹੈ। ਮੈਂ ਵੀ ਉਹ ਸਵਾਲ ਪੁੱਛਿਆ ਕਿ ਉਸੇ ਕੰਟੈਕਸਟ ਵਿੱਚ ਮੈਂ ਪੁੱਛਿਆ ਸੀ ਕਿ ਇਹ ਜਾਤੀ ਔਰ ਧਰਮ ਦੋਵੇਂ ਥਾਂ ਦੇ ਉੱਤੇ ਬੇਸ ਬਣੇ ਨੇ। ਮਨੀਪੁਰ ਦੇ ਵਿੱਚ ਜਾਤੀ ਬਣਿਆ ਹੈ ਔਰ ਹਰਿਆਣਾ ਨੂੰ ਦੇ ਵਿੱਚ ਧਰਮ ਬਣਿਆ ਹੈ। 2024 ਦੀਆਂ ਇਲੈਕਸ਼ਨਸ ਨੂੰ ਸਾਹਮਣੇ ਰੱਖਿਆ ਔਰ ਤੁਸੀਂ ਆਪਣੇ ਅੰਕਲ ਦੀ ਉਹਦੇ 'ਚ ਐਗਜ਼ਾਮਪਲ ਦਿੱਤੀ ਹੈ। ਸੋ ਗੱਲ ਇਹ ਹੈ ਕਿ ਡੂ ਯੂ ਥਿੰਕ ਕਿ ਕੋਈ ਕਨੈਕਸ਼ਨ ਹੋ ਸਕਦਾ ਹੈ ਇਹਨਾਂ ਇਲੈਕਸ਼ਨਸ ਦਾ ਇਹਨਾਂ ਦੋਵਾਂ ਥਾਂ ਦੀਆਂ ਘਟਨਾਵਾਂ ਦੇ ਨਾਲ, ਕਿਉਂਕਿ ਦੋਵੇਂ ਥਾਂ ਦੇ ਉੱਤੇ ਬੀਜੇਪੀ ਦੀ ਗਵਰਨਮੈਂਟ ਹੈ, ਡਬਲ ਇੰਜਨ? ਮੈਨੂੰ ਇਹ ਲੱਗਦਾ ਨਾਟ ਓਨਲੀ ਦਿਸ ਇਨਸੀਡੈਂਟ ਬਟ ਆਲ ਦੀ ਇਨਸੀਡੈਂਟਸ ਉਹਨੂੰ ਟਾਈ ਅਪ ਕੀਤਾ ਜਾਂਦਾ ਵਿਦ ਦੀ ਇਲੈਕਸ਼ਨਸ। ਹੁਣ ਜਿਹਦਾ ਇੱਕ ਨਾਰਥ ਈਸਟਰਨ ਇਲਾਕਾ ਸੀਗਾ, ਬੜੀ ਮੁਸ਼ਕਿਲ ਉਹਦੇ ਪਹਿਲੇ ਵੀ ਉੱਥੇ ਬਹੁਤ ਜ਼ਿਆਦਾ ਇਸ ਤੋਂ ਵੀ ਜ਼ਿਆਦਾ ਕ੍ਰਾਈਮ ਹੁੰਦਾ ਸੀਗਾ, ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਮੈਨੂੰ ਜੋ ਲੱਗਦਾ ਹੈ ਉਹ ਮੈਂ ਗਲਤ ਹੋ ਸਕਦੀ ਹਾਂ, ਮੈਨੂੰ ਇਹ ਲੱਗਦਾ ਹੈ ਕਿ ਇਸ ਘਟਨਾ ਤੋਂ ਬਾਅਦ ਸਜ਼ਾ ਦਿੱਤੀ ਜਾਏਗੀ, ਲੋਕਾਂ ਨੂੰ ਰਾਈਟਸ ਦਿੱਤੇ ਜਾਣਗੇ, ਉਹਨੂੰ ਢੱਕਣ ਦੀ ਕੋਸ਼ਿਸ਼ ਕੀਤੀ ਜਾਏਗੀ, ਥੋੜੀ ਬਟਰਿੰਗ ਕੀਤੀ ਜਾਏਗੀ, ਤਾਂ ਫਿਰ ਆਪੇ ਤੁਹਾਡਾ ਵੋਟ ਬੈਂਕ ਬਣ ਹੀ ਜਾਏਗਾ ਲੋਕਾਂ ਨੇ। ਤੇ ਓਕੇ, ਮਤਲਬ ਹਰ ਚੀਜ਼ ਤੁਸੀਂ ਵੋਟ ਬੈਂਕ ਨੂੰ ਸਾਹਮਣੇ ਰੱਖ ਕੇ ਕਰਦੇ ਹੋ। ਮਤਲਬ ਪਹਿਲੇ ਤੁਸੀਂ ਘਾਓ ਦੇ ਦਿਓ, ਫਿਰ ਤੁਸੀਂ 10 ਕੁ ਦਿਨ ਪੱਟੀਆਂ ਕਰ ਦਿਓ, ਉਹਨੂੰ ਤੁਸੀਂ ਅੱਛੀ ਤਰ੍ਹਾਂ ਉਹਦੀ ਸੇਵਾ ਕਰ ਦਿਓ, ਤੇ ਫਿਰ ਤੁਸੀਂ ਮੇਰੇ ਬਣੋਗੇ ਹੀ ਨਾ। ਤੁਸੀਂ ਕਹੋਗੇ ਨਾ ਕਿ ਚੱਲ ਕੋਈ ਗੱਲ ਨਹੀਂ ਯਾਰ, ਜੇ ਇਹਨੇ ਮੈਨੂੰ ਮਾਰਤਾ ਸੀਗਾ ਤਾਂ ਚੱਲ ਇਹਨੇ ਮੇਰੀ ਸੇਵਾ ਵੀ ਕਰ ਦਿੱਤੀ ਹੈ ਨਾ। ਮਤਲਬ ਮੈਂ ਗਲਤ ਹੋ ਸਕਦੀ ਹਾਂ। ਘਾਓ ਦੇਣ ਵਾਲੇ, ਚੋਟ ਮਾਰਨ ਵਾਲੇ ਵੀ ਤੁਸੀਂ, ਤੇ ਉਸ ਤੋਂ ਬਾਅਦ ਮਰਮ ਪੱਟੀ ਕਰਨ ਵਾਲੇ ਵੀ ਤੁਸੀਂ। ਬਿਲਕੁਲ। ਔਰ ਇਹ ਦੋਨੋਂ ਚੀਜ਼ਾਂ ਤਾਂ ਤੁਸੀਂ ਕਰ ਰਹੇ ਹੋ ਕਿਉਂਕਿ ਤੁਸੀਂ ਇਲੈਕਸ਼ਨਸ ਦੇ ਵਾਸਤੇ ਵੋਟ ਬੈਂਕ ਤਿਆਰ ਕਰਨਾ ਹੈ। ਫਿਰ ਹੋਰ ਕਾਹਦੇ ਲਈ? ਫਿਰ ਵਾਟ ਐਲਸ?
ਔਰ ਫਿਰ ਨਾਲ ਤੁਹਾਡਾ ਚਾਈਨਾ ਉੱਥੇ ਨਾਰਥ ਈਸਟਰਨ ਬੈਲਟ ਦੇ ਕੋਲ 7 ਸਿਸਟਰ ਸਟੇਟਸ ਹੈ ਹੈ ਨਾ। ਤੇ ਤੁਸੀਂ ਆਰਮੀ ਵਾਲਿਆਂ ਨੂੰ ਅਗਰ ਤੁਸੀਂ ਉੱਥੇ ਅਗਰ ਤੁਸੀਂ ਥੋੜੀ ਪਾਵਰ ਦਿਓ, ਇਹ ਹੋਣਾ ਹੀ ਨਹੀਂ ਸੀਗਾ, ਸ਼ੋਰ। ਹੋਣਾ ਹੀ ਨਹੀਂ ਸੀਗਾ ਅਗਰ ਆਰਮੀ ਵਾਲਿਆਂ ਕੋਲ ਪਾਵਰ ਹੁੰਦੀ, ਅਗਰ ਪਹਿਲੇ ਵੀ ਮਤਲਬ ਤੁਸੀਂ ਇੰਨੇ ਢਿੱਲ ਕਿਉਂ ਦਿਖਾਈ, ਕਾਦੇ ਲਈ ਦਿਖਾਈ? ਜੇ ਤੁਹਾਨੂੰ ਪਤਾ ਹੈ ਇਹਦਾ ਇੱਕ ਰਿਕਾਰਡ ਹੈ, ਇਹ ਏਰੀਆ ਹੀ ਇਦਾਂ ਦਾ, ਸੈਂਸਿਟਿਵ ਹੈ, ਸੈਂਸਿਟਿਵ ਏਰੀਆ, ਜਿੱਥੇ ਤੁਸੀਂ 70 ਤੋਂ ਲੈ ਕੇ ਜਿੰਨੇ ਮਰਜ਼ੀ ਕੱਢ ਕੇ ਦੇਖ ਲਓ ਤੁਸੀਂ, ਦਿਸ ਇਜ਼ ਟ੍ਰਾਈਬਲ ਕਲੈਸ਼ਸ ਹੈ। ਹਾਂਜੀ, ਟ੍ਰਾਈਬਲ ਕਲੈਸ਼ਸ ਐਪਿਕ ਸੈਂਟਰ ਹੈ, ਐਪਿਕ ਸੈਂਟਰ ਹੈ। ਔਰ ਇਹਦੇ ਵਿੱਚ ਇੱਕ ਚੀਜ਼ ਆਉਂਦੀ ਹੈ, ਤੁਸੀਂ ਆਪਣੇ ਅੰਕਲ ਨੂੰ ਇਹ ਨਹੀਂ ਪੁੱਛਿਆ ਕਿ ਜੋ ਤੁਸੀਂ 1 ਸਾਲ ਜਾਂ 6 ਮਹੀਨੇ ਸਾਰਾ ਪੈਸਾ ਵੰਡਦੇ ਹੋ, ਵਿਸਕੀ ਵੰਡਦੇ ਹੋ, ਹੋਰ ਸਹੂਲਤਾਂ ਵੰਡਦੇ ਹੋ, ਉਹ ਪੈਸਾ ਕਿੱਥੋਂ ਆਉਂਦਾ ਹੈ ਉਹ ਪਬਲਿਕ ਨੂੰ ਦੇਣ ਵਾਸਤੇ? ਪੁੱਛਿਆ ਤਾਂ ਸੀ ਮੈਂ, ਇਹ ਪੈਸਾ ਪਰ ਕਿੱਥੋਂ ਮੇਰਾ ਆਉਂਦਾ ਹੈ? ਗੈਸ ਵਰਕ ਜ਼ਿਆਦਾ, ਉਹਨਾਂ ਨੇ ਜਵਾਬ ਨਹੀਂ ਦਿੱਤਾ, ਮੇਰਾ ਗੈਸ ਵਰਕ ਜ਼ਿਆਦਾ ਵਧੀਆ ਨਿਕਲਾ। ਪੈਸਾ ਫਿਰ ਜਿਹੜਾ ਇੱਕ ਕਨਸੈਪਟ ਹੁੰਦਾ ਨਿਓ ਲਿਬਰਲਿਜ਼ਮ, ਨਿਓ ਲਿਬਰਲਿਜ਼ਮ 'ਚ ਕੀ ਹੈ ਕਿ ਜਿਹੜਾ ਪਹਿਲੇ ਤਾਂ ਲਿਬਰਲਿਜ਼ਮ ਸੀ ਕਿ ਸਾਰੇ ਪੈਸੇ ਕਮਾਉਣ, ਤੁਸੀਂ ਵੀ ਕਮਾਓ ਮੈਂ ਵੀ ਕਮਾਵਾਂ। ਨਿਓ ਲਿਬਰਲਿਜ਼ਮ 'ਚ ਕੀ ਹੈ ਕਿ 1000 ਬੰਦਾ ਤਾਂ ਉਹਦੇ 'ਚ ਸਿਰਫ 2 ਕੁ ਬੰਦੇ ਪੈਸੇ ਕਮਾਉਣ। ਹੁਣ ਜਿਹੜੇ 2 ਬੰਦਿਆਂ ਨੇ ਪੈਸੇ ਕਮਾਣੇ ਆ, ਉਹਨਾਂ ਨੇ ਕਮਾਉਣ ਲਈ ਉਹਨਾਂ ਨੇ ਚੜਾਵਾ ਵੀ ਤਾਂ ਚੜਾਉਣਾ ਨਾ, ਮੇਬੀ ਇਨ ਦੀ ਨੇਮ ਆਫ ਪਾਰਟੀ ਫੰਡ। ਤੇ ਉਹ ਤਾਂ ਮਤਲਬ ਪਾਰਟੀ ਫੰਡਿੰਗ ਨੂੰ ਵੀ ਜੇ ਅਸੀਂ ਬੰਦ ਕਰ ਦਈਏ ਜਾਂ ਉਹਦੇ ਵਾਲੇ ਵੀ ਅਸੀਂ ਵਿਕਲਪ ਸੋਚੀਏ, ਠੀਕ ਹੈ, ਇੱਕ ਦਿਨ ਉਹ ਵੀ ਆਣਾ ਜਦੋਂ ਇਹਦੇ ਮਤਲਬ ਇਲੈਕਸ਼ਨ ਕਮਿਸ਼ਨ ਨੇ ਹਜੇ ਤਾਂ ਬਹੁਤ ਸਾਰੀਆਂ ਚੇਂਜਸ ਲੈ ਕੇ ਆਏ, ਜੋ ਅਸੀਂ ਪੁਰਾਣਾ ਅਗਰ ਸਿਨੈਰੀਓ ਦੇਖੀਏ, ਹੈ ਨਾ। ਚਾਹੇ ਹੁਣ ਦੇਖੋ ਜੀ, ਪਹਿਲੇ ਸ਼ਰੇਆਮ ਖੁੱਲ੍ਹੇ ਕਰਦੇ ਸੀਗੇ, ਹੁਣ ਬਿਕੋਜ਼ ਆਫ ਦੀ ਲਾਜ਼ ਉਹ ਜ਼ਰਾ ਢੱਕ ਕੇ ਕਰ ਰਹੇ ਆ, ਲੇਕਿਨ ਕੰਮ ਉਹੀ ਹੋ ਰਿਹਾ। ਓਕੇ, ਪਾਰਟੀ ਫੰਡਿੰਗ ਉੱਦਾਂ ਹੀ ਜ਼ਬਰਦਸਤ ਤਰੀਕੇ ਨਾਲ ਹੋ ਰਹੀ ਹੈ। 1000 ਬੰਦੇ ਵਿੱਚੋਂ 2 ਬੰਦੇ ਚੁਣੇ ਜਾਣ, ਜਿਹੜੇ 2 ਬੰਦਿਆਂ ਨੂੰ ਤੁਸੀਂ 2 ਬੰਦੇ ਹੀ ਸੋਚਦੇ ਕਿ ਸਾਰਾ ਪੈਸਾ ਸਾਡੇ ਕੋਲ ਹੋਵੇ। ਹਾਂ, ਤੇ ਉਹ ਫਿਰ ਪੈਸੇ ਨੂੰ ਅਟਰੈਕਟ ਕਰਨ ਲਈ ਹੁਣ ਜਿਹੜੇ ਉਹ 2 ਬੰਦੇ ਸਿਲੈਕਟ ਕੀਤੇ ਜਾਣਗੇ, ਉਹ ਪੈਸਾ ਕਮਾਣਗੇ, ਉਹ ਪਾਰਟੀ ਫੰਡ ਦੇਣਗੇ, ਠੀਕ ਹੈ। ਉਸ ਪਾਰਟੀ ਫੰਡ ਨਾਲ ਇਲੈਕਸ਼ਨਸ ਲੜੀਆਂ ਜਾਣਗੀਆਂ, ਲੋਕਾਂ ਨੂੰ ਪੈਸੇ ਦਿੱਤੇ ਜਾਣਗੇ, ਲੋਕਾਂ ਨੂੰ ਵਿਸਕੀ ਦਿੱਤੀ ਜਾਏਗੀ। ਇਹ ਆਮ ਬੰਦਿਆਂ ਦੀ ਧਾਰਨਾ ਵੀ ਹੈ, ਇਹ ਆਮ ਬੰਦਿਆਂ ਦੀ ਧਾਰਨਾ ਹੁੰਦੀ ਹੈ, ਇਹ ਆਮ ਤੇ ਖਾਸ ਦੋਨਾਂ ਦੇ ਵੀ ਹੈ। ਔਰ ਦੇਖੋ ਕਿੰਨੇ ਮਜ਼ੇ ਦੀ ਗੱਲ ਹੈ, ਆਮ ਵਾਲਿਆਂ ਨੂੰ ਵੀ ਪਤਾ ਹੈ ਤੇ ਖਾਸ ਵਾਲਿਆਂ ਨੂੰ ਵੀ ਪਤਾ ਹੈ, ਫਿਰ ਵੀ ਇਹ ਚੱਲੀ ਜਾ ਰਿਹਾ। ਕੁਝ ਐਕਸਪਰਟ ਕਹਿੰਦੇ ਨੇ ਕਿ ਇਹ ਵੀ ਰੂਲ ਹੋਣਾ ਚਾਹੀਦਾ ਹੈ ਕਿ ਹਰੇਕ ਪਾਰਟੀ ਇਹ ਦੱਸੇ ਕਿ ਉਹਦੇ ਕੋਲ ਪਾਰਟੀ ਫੰਡ ਕਿੰਨਾ ਹੈ ਤੇ ਉਹਦੇ ਪਾਰਟੀ ਫੰਡ ਦੇ ਸੋਰਸਿਸ ਕੀ ਨੇ, ਪਰ ਇਹ ਅਜੇ ਤੱਕ ਨਹੀਂ ਰੂਲ ਹੈ, ਇਹ ਨਹੀਂ ਹੋਇਆ। ਸੋ ਵਾਟ ਡੂ ਯੂ ਸੇ? ਰੂਲ ਆਉਣਾ ਚਾਹੀਦਾ, ਐਂਡ ਆਈ ਐਮ ਵੈਰੀ ਪੋਜ਼ਿਟਿਵ ਕਿ ਜਿੱਦਾਂ ਹੁਣ ਅੱਜ ਕੱਲ੍ਹ ਜਿਹੜਾ ਯੂਥ ਹੈ ਜਾਗਰੂਕ ਹੋ ਰਿਹਾ ਹੈ ਨਾ, ਤੇ ਰੂਲ ਇਹਨਾਂ ਨੂੰ ਬਣਾਉਣਾ ਪੈਣਾ ਹੌਲੀ ਹੌਲੀ। ਦੇ ਵਿਲ ਹੈਵ ਟੂ, ਇਹ ਗੇਮ ਇੱਦਾਂ ਹੀ ਨਹੀਂ ਚੱਲੀ ਜਾਏਗੀ। ਸ਼ੋਰ, ਮੈਂ ਮੰਨਦੀ ਹਾਂ ਕਿ ਦੇ ਆਰ ਮੋਰ ਸਮਾਰਟ ਦੈਨ, ਦੇ ਆਰ ਕਰੋੜ ਟਾਈਮਸ ਅਹੈਡ ਆਫ ਦੀ ਨਾਰਮਲ ਪਰਸਨ ਇਨ ਪੋਲੀਟਿਕਸ, ਬਟ ਸਟਿਲ ਯੂ ਕੈਨ ਨਾਟ ਐਸਕੇਪ। ਕਿਉਂਕਿ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਾਂਗੇ ਤੇ ਹਿਊਮਨ ਰਾਈਟਸ ਦੇ ਉੱਤੇ ਤੇ ਇਹ ਹਰ ਗੱਲ ਗਲਤ ਸਾਬਿਤ ਹੋਏਗੀ, ਚਾਹੇ ਮਨੀਪੁਰ ਦੀ ਘਟਨਾ ਹੈ, ਚਾਹੇ ਨੂੰ ਹਰਿਆਣਾ ਦੀ ਘਟਨਾ ਹੈ, ਚਾਹੇ ਪਾਰਟੀ ਫੰਡ ਦੀ ਘਟਨਾ ਹੈ, ਇਹ ਸਭ ਕੁਝ ਜੋ ਚਾਹੇ ਵੋਟ ਬੈਂਕ ਦੀ ਘਟਨਾ ਕਿਉਂ ਨਾ ਹੋਵੇ, ਵੋਟ ਬੈਂਕ ਨੂੰ ਕ੍ਰੀਏਟ ਕਰਨ ਦਾ ਜਾਂ ਜਨਰੇਟ ਕਰਨ ਦਾ ਮੁੱਦਾ ਕਿਉਂ ਨਾ ਹੋਵੇ, ਇਹ ਸਭ ਹਿਊਮਨ ਰਾਈਟਸ ਤੋਂ ਭਟਕੀਆਂ ਹੋਈਆਂ ਚੀਜ਼ਾਂ ਨੇ। ਹੁਣ ਦੇਖੋ ਨਾ, ਉਸ ਔਰਤ ਨਾਲ ਤਾਂ ਜੋ ਹੋਣਾ ਸੀ ਹੋ ਗਿਆ, ਹੁਣ ਉਹਦੇ ਹਿਊਮਨ ਰਾਈਟਸ ਕੌਣ ਦੇਗਾ? ਉਹਨੂੰ ਕਿੱਦਾਂ ਉਹਨੂੰ ਕੋਈ ਕੰਪਨਸੇਸ਼ਨ ਹੋ ਸਕਦੀ? ਨੈਵਰ, ਹੈ ਨਾ। ਹੁਣ ਤਾਂ ਉਹਨੂੰ ਰੱਬ ਵੀ ਥੱਲੇ ਆ ਕੇ ਕਹੇ ਤਾਂ ਉਹ ਰੱਬ ਨੂੰ ਵੀ ਕੁਐਸਚਨ ਕਰੇਗੀ ਕਿ ਇਹ ਤੇਰੀ ਦੁਨੀਆ, ਰਾਈਟ। ਸੋ ਕਿਉਂਕਿ ਨੈਕਸਟ ਈਅਰ 2024 ਦੇ ਵਿੱਚ ਇਲੈਕਸ਼ਨਸ ਹੋਣ ਜਾ ਰਹੀਆਂ ਨੇ, ਇੱਕ ਬਰੀਫ ਕਮੈਂਟ ਦੇ ਨਾਲ ਆਪਾਂ ਇਸ ਪ੍ਰੋਗਰਾਮ ਨੂੰ ਵਾਈਂਡ ਅਪ ਕਰਦੇ ਹਾਂ। 2024 ਦੇ ਵਿੱਚ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਲੋਕ ਸਭਾ ਦੀਆਂ। ਡੂ ਯੂ ਥਿੰਕ ਕਿ ਮਨੀਪੁਰ ਦੀ ਘਟਨਾ ਔਰ ਨੂੰ ਹਰਿਆਣਾ ਦੀ ਘਟਨਾ ਇਹ 2024 ਦੀਆਂ ਇਲੈਕਸ਼ਨਸ ਦੇ ਵਿੱਚ ਬੀਜੇਪੀ ਦੇ ਉੱਤੇ ਚੋਟ ਕਰੇਗੀ, ਉਹਨਾਂ ਵਾਸਤੇ ਮਾੜੀ ਘਟਨਾ ਸਾਬਿਤ ਹੋਏਗੀ, ਉਹਨਾਂ ਦੇ ਜਿੱਤਣ ਦੇ ਰਸਤੇ ਦੇ ਵਿੱਚ ਰੁਕਾਵਟ ਪੈਦਾ ਕਰੇਗੀ? ਮੈਂ ਸਹਿਮਤ ਹਾਂ ਇਸ ਗੱਲ ਨਾਲ, ਮੈਂ ਸਹਿਮਤ ਹਾਂ, ਕਿਉਂਕਿ ਤੁਹਾਨੂੰ ਇੱਕ ਵਾਰੀ ਮਾਫ ਕੀਤਾ ਜਾ ਸਕਦਾ, 2 ਵਾਰੀ, 3 ਵਾਰੀ, 4 ਵਾਰੀ, 5 ਵਾਰੀ, ਬਟ ਫਿਰ ਜਦੋਂ ਕੋਈ ਚੀਜ਼ ਪੈਟਰਨ ਬਣ ਜਾਂਦੀ ਹੈ ਫਿਰ ਤੁਹਾਨੂੰ ਮਾਫ ਨਹੀਂ ਕੀਤਾ ਜਾ ਸਕਦਾ। ਫਿਰ ਚਾਹੇ ਅਸੀਂ ਹਿੰਦੂਤਵ ਹੀ ਕਿਉਂ, ਫਿਰ ਹਿੰਦੂ ਹੀ ਕਿਉਂ ਨਾ ਹੋਣ, ਦੇ ਵਿਲ ਆਲਸੋ ਕੁਐਸਚਨ। ਤੇ ਫਿਰ ਇਹ ਕਵਰ ਅਪ ਕਿਵੇਂ ਕਰਨਗੇ ਇਲੈਕਸ਼ਨਸ ਨੂੰ ਜਿੱਤਣ ਵਾਸਤੇ, ਜੋ ਬੀਜੇਪੀ ਦੀ ਸਾਰੀ ਸਟ੍ਰੈਟਜੀ ਹੈ? ਹਾਊ ਵੁੱਡ ਦੇ?
ਫਿਰ ਉਹ ਪੱਟੀਆਂ ਹੋਰ ਅੱਛੀ ਕੁਆਲਿਟੀ ਦੀਆਂ ਲੱਗਣਗੀਆਂ, ਮਲਮ ਹੋਰ ਅੱਛੀ ਕੁਆਲਿਟੀ ਦੀ ਆਏਗੀ ਵਾਂਸ ਅਗੇਨ। ਸੋ ਲੈਟ ਅਸ ਸੀ 2024 ਦੇ ਵਿੱਚ ਕੀ ਹੁੰਦਾ ਹੈ, ਪਰ ਜੋ ਹੋਇਆ ਉਹ ਸਹੀ ਨਹੀਂ ਹੋਇਆ, ਨਹੀਂ ਬਹੁਤ ਸਹੀ। ਮਾੜਾ ਹੋਇਆ। ਔਰ ਇਸ ਤਰ੍ਹਾਂ ਦਾ ਘਟਨਾ ਯੈਸ, ਚੱਕਰ ਗਵਰਨਮੈਂਟ ਇਜ਼ ਰਿਸਪੌਂਸਿਬਲ, ਗਵਰਨਮੈਂਟ ਨੂੰ ਆਨਸਰ ਦੇਣਾ ਪੈਣਾ ਹੈ ਔਰ ਮਾੜਾ ਇਫੈਕਟ ਹੋਏਗਾ। ਥੈਂਕ ਯੂ ਸੋ ਮਚ ਫॉर ਦਿਸ ਵੰਡਰਫੁਲ ਟਾਕ, ਔਰ ਤੁਸੀਂ ਐਨਲਾਈਟਨ ਕੀਤਾ ਸਾਨੂੰ ਇਸ ਵਿਸ਼ੇ ਦੇ ਉੱਤੇ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।